ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਟੀਵੀ ਦੇ ਸਟੂਡੀਓ ਤੋਂ ਮੈਂ ਹਾਂ ਰਾਜੇਸ਼ਵਰ ਕੌਰ। ਪ੍ਰੋਗਰਾਮ ਪੰਥ ਦੀਆਂ ਸਿੰਘਣੀਆਂ ਲੈ ਕੇ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਇਸ ਪ੍ਰੋਗਰਾਮ ਵਿੱਚ ਅਸੀਂ ਆਪ ਜੀ ਨੂੰ ਮਿਲਾਉਂਦੇ ਹਾਂ, ਰੂਬਰੂ ਕਰਾਉਂਦੇ ਹਾਂ ਉਹਨਾਂ ਪੰਥ ਦੀਆਂ ਕੁਝ ਇੱਕ ਖਾਸ ਬੀਬੀਆਂ ਨਾਲ, ਸਿੰਘਣੀਆਂ ਨਾਲ, ਕੌਰ ਕਹਿ ਲਈਏ, ਭੈਣਾਂ ਕਹਿ ਲਈਏ, ਉਹਨਾਂ ਸਿੰਘਣੀਆਂ ਨਾਲ ਜਿਹੜੇ ਆਪਣੇ ਜੀਵਨ ਨੂੰ ਇੱਕ ਵੱਖਰਾ ਰੂਪ, ਰੰਗ, ਢੰਗ ਉਸ ਦਾ ਬਦਲ ਕੇ ਇੱਕ ਵੱਖਰੇ ਹੀ ਰਾਹਾਂ 'ਤੇ ਤੁਰਦੀਆਂ ਨੇ, ਜਿਸ ਨਾਲ ਨਾ ਕੇਵਲ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ ਬਲਕਿ ਕੁੱਲ ਸਮਾਜ ਨੂੰ ਉਹਨਾਂ ਦੀਆਂ ਜੋ ਸੇਵਾਵਾਂ ਨੇ ਉਹਨਾਂ ਤੋਂ ਲਾਹਾ ਪ੍ਰਾਪਤ ਹੁੰਦਾ ਹੈ। ਅੱਜ ਸਾਡੇ ਦਰਮਿਆਨ ਜੋ ਹਨ ਉਹ ਵਿਦਿਅਕ ਤੌਰ 'ਤੇ ਬੜੇ ਹੀ ਉੱਚ ਸ਼੍ਰੇਣੀ ਦੇ ਟੀਚਰ, ਪ੍ਰਿੰਸੀਪਲ ਕਹਿ ਲਈਏ, ਅਤੇ ਇਸ ਦੇ ਨਾਲ ਨਾਲ ਇਸ ਮੁਕਾਮ ਤੱਕ ਪਹੁੰਚ ਕੇ ਆਪਣੇ ਜੀਵਨ ਵਿੱਚ ਜਿਤਨਾ ਸਮਾਂ ਬਚਦਾ ਹੈ ਉਸ ਵਿੱਚ ਇਹ ਬਹੁਤ ਕੁਝ ਐਸਾ ਕਰ ਰਹੇ ਨੇ ਜੋ ਸੁਣਨ ਲਾਇਕ ਹੈ। ਅਤੇ ਆਓ ਮਿਲੀਏ ਬੀਬੀ ਮਨਜਿੰਦਰ ਕੌਰ ਜੀ ਨਾਲ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੋ ਆਪ ਜੀ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਆਏ ਹੋ। ਮੈਂ ਕੁਛ ਵੀ ਆਪ ਜੀ ਬਾਰੇ ਦੱਸਾਂ, ਮੈਂ ਚਾਹਾਂਗੀ ਕਿ ਆਪਣੇ ਲਫ਼ਜ਼ਾਂ ਵਿੱਚ, ਆਪਣੇ ਸ਼ਬਦਾਂ ਵਿੱਚ ਆਪ ਜੀ ਆਪਣੇ ਬਚਪਨ ਬਾਰੇ, ਕੁਛ ਇੱਕ ਪਿਛੋਕੜ ਬਾਰੇ ਸਾਡੇ ਸੁਣਨ ਵਾਲੀ ਸੰਗਤ ਨੂੰ ਦੱਸੋ। ਮੇਰਾ ਨਾਮ ਮਨਜਿੰਦਰ ਕੌਰ ਹੈ ਜੀ। ਮੈਂ ਲੁਧਿਆਣੇ ਸ਼ਹਿਰ ਦੀ ਰਹਿਣ ਵਾਲੀ ਹਾਂ। ਮੇਰੇ ਪਿਤਾ ਜੀ ਗਿਆਨੀ ਇੰਦਰ ਸਿੰਘ, ਜਿਨ੍ਹਾਂ ਨੂੰ ਲੁਧਿਆਣੇ ਵਿੱਚ ਰੰਗਾਈ ਵਾਲੇ ਕਹਿ ਕੇ ਜਾਣਿਆ ਜਾਂਦਾ ਹੈ, ਮੈਂ ਆਪਣਾ ਕੈਰੀਅਰ ਕਲਗੀਧਰ ਖਾਲਸਾ ਸਕੂਲ ਤੋਂ ਸ਼ੁਰੂ ਕੀਤਾ ਜੀ। ਉਸ ਤੋਂ ਬਾਅਦ ਮੈਂ 10ਵੀਂ ਕਰਨ ਤੋਂ ਬਾਅਦ ਮੈਂ ਗਵਰਨਮੈਂਟ ਕਾਲਜ ਫਾਰ ਵੂਮੈਨ ਲੁਧਿਆਣਾ ਤੋਂ BA ਪਾਸ ਕੀਤੀ ਅਤੇ MA ਮੈਂ ਗਵਰਨਮੈਂਟ ਕਾਲਜ ਫਾਰ ਬॉयਜ਼ ਤੋਂ ਕੀਤੀ। ਜਿਨ੍ਹਾਂ ਦੋਨਾਂ ਹੀ ਕਾਲਜਾਂ ਵਿੱਚ ਮੈਨੂੰ ਅੱਗੇ ਵਧਣ ਦਾ ਮੌਕਾ ਮਿਲਿਆ। ਮੈਂ ਗਵਰਨਮੈਂਟ ਕਾਲਜ ਫਾਰ ਵੂਮੈਨ ਵਿੱਚ ਵੀ ਬਤੌਰ ਸਪੀਕਰ ਦੇ ਬੈਸਟ ਸਪੀਕਰ ਆਫ ਦਾ ਈਅਰ, ਬੈਸਟ ਪੋਇਟ ਆਫ ਦਾ ਈਅਰ, ਗਵਰਨਮੈਂਟ ਕਾਲਜ ਫਾਰ ਬॉयਜ਼ ਵਿੱਚ ਮੈਂ ਜਿੰਨੀਆਂ ਵੀ ਪੰਜਾਬੀ ਸਾਹਿਤ ਸਭਾਵਾਂ ਸਨ ਉਹਨਾਂ ਦੀ ਪ੍ਰਧਾਨ ਰਹੀ, ਸੈਕਟਰੀ ਰਹੀ, ਅਤੇ ਮੈਨੂੰ ਸਾਹਿਰ ਕਲੱਬ ਦਾ ਪ੍ਰਧਾਨ ਹੋਣ ਦਾ ਵੀ ਮਾਣ ਜਿਹੜਾ ਉੱਥੋਂ ਹਾਸਲ ਹੋਇਆ। ਪਰਿਵਾਰ ਦਾ ਮਾਹੌਲ ਕਿਹੋ ਜਿਹਾ? ਪਰਿਵਾਰਕ ਮਾਹੌਲ ਸਾਡਾ ਬਹੁਤ ਵਧੀਆ ਸੀ। ਮੇਰੇ ਪਿਤਾ ਜੀ ਦੀ ਇਹੋ ਜਿਹੀ ਜ਼ਿੰਦਗੀ ਸੀ ਜਿਨ੍ਹਾਂ ਤੋਂ ਸਾਨੂੰ ਬਹੁਤ ਵੱਡੀ ਪ੍ਰੇਰਨਾ ਮਿਲੀ। ਜੀ। ਮੇਰੇ ਪਿਤਾ ਜੀ ਮੇਰੇ ਲਈ ਇੱਕ ਰੋਲ ਮਾਡਲ ਸਨ, ਜਿਨ੍ਹਾਂ ਨੇ ਹਮੇਸ਼ਾ ਇਹ ਦੇਖਣਾ ਅਸੀਂ ਕਿੱਥੇ ਜਾ ਰਹੇ ਹਾਂ, ਕੀ ਕਰਦੇ ਹਾਂ, ਕਿਵੇਂ ਦੇ ਕੱਪੜੇ ਪਾਏ ਨੇ, ਕਿਸ ਤਰ੍ਹਾਂ ਦਾ ਅਸੀਂ, ਕਿਸ ਢੰਗ ਨਾਲ ਅਸੀਂ ਜੀਣਾ ਹੈ, ਕਿਸ ਢੰਗ ਨਾਲ ਅਸੀਂ ਪੜ੍ਹਨਾ, ਅਤੇ ਉਹ ਸਾਨੂੰ ਆਪ ਗਾਈਡ ਕਰਿਆ ਕਰਦੇ ਸਨ। ਅਤੇ ਅੱਜ ਮੈਨੂੰ ਲੱਗਦਾ ਹੈ ਕਿ ਜਿਹੜੀ ਉਹਨਾਂ ਦੀ ਉਹ ਗਾਈਡੈਂਸ ਹੈ ਨਾ, ਉਹ ਸਾਨੂੰ ਬਹੁਤ ਵਧੀਆ ਸਾਬਤ ਹੋਈ ਕਿ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ ਕਿ ਜਦੋਂ ਮੈਂ ਨੌਕਰੀ ਸ਼ੁਰੂ ਕੀਤੀ, ਮੈਂ ਪ੍ਰਿੰਸੀਪਲ ਬਣੀ, ਐਜ਼ ਲੈਕਚਰਰ ਮੈਂ ਕੰਮ ਕੀਤਾ, ਐਜ਼ ਪ੍ਰਿੰਸੀਪਲ ਮੈਂ ਕੰਮ ਕੀਤਾ, ਅਤੇ ਹਮੇਸ਼ਾ ਭਾਵੇਂ ਉਹ ਜਦੋਂ ਮੈਂ ਲੈਕਚਰਰ ਸਾਂ ਤਾਂ ਉਹ ਜੀਂਦੇ ਸਨ, ਜਦੋਂ ਮੈਂ ਪ੍ਰਿੰਸੀਪਲ ਬਣੀ ਤਾਂ ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਮੇਰੀ ਬੇਟੀ ਜਿਹੜੀ ਉਹ ਪ੍ਰਿੰਸੀਪਲ ਬਣ ਗਈ ਹੈ। ਅਤੇ ਇੱਕ ਵਾਰ ਮੈਨੂੰ ਯਾਦ ਆ, ਉਹ ਬੜੇ ਬਿਮਾਰ ਸਨ ਅਤੇ ਮੈਂ ਉਹਨਾਂ ਨੂੰ ਕੋਟਾ ਕਾਲਜ ਵਿੱਚੋਂ ਮੈਨੂੰ ਮਿਲਣ ਲਈ ਆ ਗਏ, ਅਤੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਕਿਉਂ ਆਏ ਹੋ, ਬੜੇ ਬਿਮਾਰ ਹੋ? ਅਤੇ ਪਤਾ ਨਹੀਂ ਸ਼ਾਇਦ ਉਹਨਾਂ ਦੇ ਮਨ ਵਿੱਚ ਇੱਕ ਚਾਹ ਸੀ, ਕਿਉਂਕਿ ਸਾਡਾ ਪਰਿਵਾਰ ਇੱਕ ਬੜਾ ਗਰੀਬ ਪਰਿਵਾਰ ਸੀ। ਮੈਂ ਪਹਿਲੀ ਕੁੜੀ ਸਾਂ ਜਿਹੜੀ ਘਰ ਵਿੱਚ ਪੜ੍ਹੀ ਸਾਂ, ਅਤੇ ਉਹ ਥੱਲੇ ਲੇਟੇ ਰਹੇ ਅਤੇ ਉੱਪਰ ਮੈਂ ਜੋ ਬੋਲ ਰਹੀ ਸਾਂ ਉਹ ਸਾਰਾ ਕੁਝ ਸੁਣਦੇ ਰਹੇ, ਅਤੇ ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਮੇਰੀ ਧੀ ਜਿਹੜੀ ਹੈ ਉਹ ਇੱਕ ਸਿੱਖ ਵਿੱਦਿਅਕ ਅਦਾਰੇ ਵਿੱਚ ਸਿੱਖੀ ਪ੍ਰਚਾਰ ਦਾ ਵੀ ਕੰਮ ਕਰੇਗੀ ਅਤੇ ਨਾਲ ਸਿੱਖ ਵਿੱਦਿਅਕ ਆਪਣਾ ਜਿਹੜਾ ਪ੍ਰੋਫੈਸ਼ਨ ਜਿਹੜਾ ਉਹਦੇ ਪ੍ਰਤੀ ਵੀ ਸਵਿਰਤ ਹੋਵੇ। ਇੱਥੇ ਮੈਂ ਇੱਕ ਸਵਾਲ ਕਰਨਾ ਚਾਹੂੰਗੀ ਆਪ ਜੀ ਨੂੰ ਕਿ ਇੱਕ ਸਾਡੇ ਮਨਾਂ 'ਚ, ਸਾਡੇ ਜ਼ਿਹਨ 'ਚ ਇੱਕ ਗੱਲ ਵਸੀ ਹੈ ਕਿ ਬੱਚਿਆਂ ਦੀ ਪਹਿਲੀ ਜਿਹੜੀ ਅਧਿਆਪਕਾ ਹੈ ਉਹ ਉਸਦੀ ਮਾਂ ਹੁੰਦੀ ਹੈ। ਇਸ ਕਰਕੇ ਕਿ ਮੈਂ ਕਈ ਵਾਰੀ ਸੋਚਦੀ ਹਾਂ ਕਿ ਜਿਹੜੇ ਮਰਦ ਨੇ ਉਹ ਇਹ ਸੋਚਦੇ ਨੇ ਵੀ ਇਹ ਸਾਰਾ ਕੰਮ ਔਰਤਾਂ ਨੇ ਹੀ ਕਰਨਾ ਹੈ। ਬੱਚਿਆਂ ਦੀ ਸ਼ਖਸੀਅਤ ਕੀ ਬਣਨੀ ਚਾਹੀਦੀ ਹੈ, ਉਹਨਾਂ ਦਾ ਕੈਰੈਕਟਰ ਬਿਲਟਅਪ ਕੀ ਹੋਣਾ ਚਾਹੀਦਾ ਹੈ, ਘਰ ਦੀ ਸਾਂਭ ਸੰਭਾਲ, ਇਹ ਸਭ ਕੁਝ ਔਰਤ ਦੇ ਸਿਰ ਹੁੰਦਾ ਹੈ। ਅੱਜ ਮੈਂ ਪਹਿਲੀ ਵਾਰੀ ਇਹ ਸੁਣ ਰਹੀ ਹਾਂ ਕਿ ਬਾਰ-ਬਾਰ ਪਿਤਾ ਦਾ ਨਾਂ ਲਿਆ ਜਾ ਰਿਹਾ ਕਿ ਪਿਤਾ ਨੇ ਆਹ ਕੀਤਾ, ਪਿਤਾ ਜੀ ਨੇ ਇੱਦਾਂ ਸਮਝਾਇਆ, ਪਿਤਾ ਜੀ ਨੇ। ਇਹ ਸਾਡੇ ਲਈ ਇੱਕ ਮਿਸਾਲ ਹੈ ਕਿ ਸਿਰਫ ਮਾਂ ਦਾ ਹੀ ਕਾਰਜ ਨਹੀਂ ਹੈ ਬੱਚੇ ਦੀ ਸ਼ਖਸੀਅਤ ਨੂੰ ਉਭਾਰਨਾ ਜਾਂ ਉਸਨੂੰ ਇੱਕ ਰੂਪ ਰੇਖਾ ਦੇਣੀ। ਬਾਪ ਦਾ ਵੀ ਜੋ ਫਰਜ਼ ਅਦਾ ਕਰਨ ਦਾ ਜੋ ਉਸ ਦਾ ਵੀ ਇੱਕ ਹਿੱਸਾ ਹੈ ਉਹ ਵੀ ਉਤਨਾ ਹੀ ਹੈ ਜੋ ਇੱਕ ਅੱਛੀ ਮਾਂ ਦਾ ਹੈ। ਆਪ ਜੀ
ਆਪਣੇ ਪਿਤਾ ਜੀ ਬਾਰੇ ਦੱਸਦੇ ਹੋ, ਕੁਝ ਆਪਣੇ ਮਾਤਾ ਜੀ ਬਾਰੇ ਦੱਸੋ। ਮੇਰੇ ਮਾਤਾ ਜੀ 5 ਪੜ੍ਹੇ ਹੋਏ ਸਨ। ਮੈਂ ਉਹਨਾਂ ਤੋਂ ਜਿਹੜੀ ਪ੍ਰੇਰਨਾ ਹਾਸਲ ਕੀਤੀ ਕਿ ਮੈਂ ਉਹਨਾਂ ਦੇ ਕੋਲੋਂ ਗੁਰਬਾਣੀ ਦਾ ਪਾਠ ਕਰਨਾ ਸਿੱਖਿਆ, ਜੀ ਸਹਿਜ ਪਾਠ ਸਿੱਖਿਆ, ਸ਼ੁੱਧ ਉਚਾਰਨ ਵੀ ਸਿੱਖਿਆ। ਉਹ ਆਪ ਬੜਾ ਸੋਹਣਾ ਪਾਠ ਕਰਦੇ ਸਨ ਤੇ ਸਾਨੂੰ ਵੀ ਪਾਠ ਕਰਾਉਂਦੇ ਸਨ। ਜੀ ਜਿੱਥੋਂ ਤੱਕ ਮੈਂ ਆਪਣੇ ਪਿਤਾ ਜੀ ਦੀ ਗੱਲ ਕੀਤੀ, ਅਸਲ ਵਿੱਚ ਮੇਰੇ ਪਿਤਾ ਜੀ ਨੂੰ ਬੜਾ ਪੜ੍ਹਨ ਦਾ ਸ਼ੌਂਕ ਸੀ, ਪਰ ਉਹ ਨੌਜਵਾਨਾਂ ਪੜ੍ਹੇ ਸਨ, ਪਾਕਿਸਤਾਨ ਬਣ ਗਿਆ। ਜਦੋਂ ਉਧਰੋਂ ਉੱਥੇ ਪੜ੍ਹ ਨਾ ਸਕੇ, ਇੱਥੇ ਆ ਕੇ ਉਹਨਾਂ ਦੇ ਮਨ 'ਚ ਕੋਈ ਲਾਲਸਾ ਸੀ ਕਿ ਮੇਰੇ ਬੱਚੇ ਪੜ੍ਹ ਜਾਣ। ਜੀ ਤੇ ਜਦੋਂ ਕਦੇ ਮੇਰੇ ਮਾਤਾ ਜੀ ਨੇ ਕਹਿਣਾ ਕਿ ਸਾਡਾ ਘਰ ਨਹੀਂ ਹੈ, ਤੇ ਉਹਨਾਂ ਨੇ ਕਹਿਣਾ ਤੇਰੇ 4 ਪੁੱਤਰ ਨੇ, ਤੇਰੀਆਂ 4 ਕੋਠੀਆਂ ਨੇ, ਇਹ ਸੈੱਟ ਹੋ ਜਾਣਗੇ, ਪੜ੍ਹ ਜਾਣਗੇ, ਤੈਨੂੰ ਸਭ ਕੁਝ ਹਾਸਲ ਹੋ ਜਾਏਗਾ। ਸੋ ਇੱਕ ਲਾਲਸਾ ਮੇਰੇ ਪਿਤਾ ਜੀ ਦੇ ਮਨ ਵਿੱਚ ਇਹ ਸੀ ਕਿ ਮੇਰੇ ਬੱਚੇ ਪੜ੍ਹ ਜ਼ਰੂਰ ਜਾਣ। ਇਸ ਕਰਕੇ ਉਹ ਬਾਰ-ਬਾਰ ਸਾਡੀ ਹਰ ਗੱਲ ਵਿੱਚ ਮਤਲਬ ਸਾਡਾ ਧਿਆਨ ਰੱਖਦੇ ਸਨ। ਮਾਤਾ ਜੀ 5 ਪੜ੍ਹੇ ਨੇ, ਪਿਤਾ 9 ਪੜ੍ਹੇ ਨੇ, ਤੇ ਐਸੇ ਮਾਂ-ਬਾਪ ਦੇ ਬੱਚੇ ਲੈਕਚਰਰਸ ਨੇ, ਪ੍ਰਿੰਸੀਪਲਸ ਨੇ। ਅੱਜ ਦੇ ਸਮੇਂ ਵਿੱਚ ਜਿੱਥੇ ਅਸੀਂ ਕਿਤਾਬੀ ਗਿਆਨ ਬਹੁਤ ਲੈ ਲਿਆ ਹੈ, ਕਿਸੇ ਨੂੰ ਵੀ ਪੁੱਛੋ ਉਸਦੇ ਕੋਲ ਕਹਿਣ ਨੂੰ ਬਹੁਤ ਡਿਗਰੀਜ਼ ਨੇ, ਪਰ ਅੱਜ ਹੀ ਇਹ ਦੱਸੋ ਕਿ ਅੱਜ ਦੀ ਸੁਸਾਇਟੀ ਵਿੱਚ ਐਸੀ ਕਿਹੜੀ ਘਾਟ ਹੈ ਕਿ ਅੱਜ ਸਾਡੇ ਵਿੱਚ ਇੰਨੀਆਂ ਕਮੀਆਂ ਘਾਟਾਂ, ਕੈਰੈਕਟਰਸ ਜਿਹੜੇ ਨੇ ਉਹ ਬਹੁਤ ਨੀਵੇਂ ਜਾ ਰਹੇ ਨੇ। ਸਾਡੇ ਕੋਲ ਕਿਤਾਬੀ ਗਿਆਨ ਤੇ ਬਹੁਤ ਹੈ, ਪਰ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਮਾਤਾ ਜੀ 5 ਜਮਾਤਾਂ ਪੜ੍ਹੇ ਸਨ, ਪਰ ਉਹਨਾਂ ਨੇ ਆਪ ਜੀ ਨੂੰ ਗੁਰਬਾਣੀ ਦੀ ਜੋ ਸ਼ੁੱਧ ਉਚਾਰਨ ਹੈ ਉਹ ਤੁਸੀਂ ਆਪਣੇ ਮਾਤਾ ਜੀ ਤੋਂ ਸਿੱਖਿਆ। ਅੱਜ ਇੱਕ ਗ੍ਰੈਜੂਏਟ ਔਰਤ ਦੇ ਬੱਚੇ ਉਹਨਾਂ ਦੀ ਆਪਣੀ ਗੱਲ ਹੀ ਨਹੀਂ ਸੁਣਦੇ, ਜਾਂ ਮਾਂ ਇਹ ਕਹਿੰਦੀ ਆ ਜੀ ਮੈਨੂੰ ਤੇ ਆਪ ਹੀ ਨਹੀਂ ਆਉਂਦਾ ਤੇ ਮੈਂ ਇਹਨਾਂ ਨੂੰ ਕੀ ਸਿਖਾਉਣਾ। ਵਾਟ ਇਜ਼ ਦ ਰੀਜ਼ਨ ਬਿਹਾਈਂਡ ਕਿ ਅੱਜ ਸੋਸਾਇਟੀ 'ਚ ਇਹ ਇੰਨਾ ਭੇਦ ਕਾਹਤੇ ਆ ਗਿਆ ਹੈ? ਦੇਖੋ, ਮੈਨੂੰ ਜੋ ਫੀਲ ਹੁੰਦਾ ਹੈ ਕਿ ਸਾਡੀਆਂ ਮਾਵਾਂ ਇੱਕ ਤੇ ਨੌਕਰੀ ਨਹੀਂ ਸਨ ਕਰਦੀਆਂ ਜੀ, ਉਹਨਾਂ ਕੋਲ ਟਾਈਮ ਸੀ ਤੇ ਉਹ ਸਾਰਾ ਟਾਈਮ ਆਪਣੇ ਬੱਚਿਆਂ ਤੇ ਲਗਾਉਂਦੀਆਂ ਸੀ। ਅੱਜ ਦੀ ਜਿਹੜੀ ਮਾਂ ਹੈ, ਕਿਉਂਕਿ ਉਦੋਂ ਮਾਂ ਦੇ ਸਾਹਮਣੇ ਇੱਕੋ ਹੀ ਖਿਆਲ ਸੀ ਕਿ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਬਣਾਉਣੀ ਹੈ। ਜੀ, ਅੱਜ ਦੀ ਮਾਂ ਜਦੋਂ ਨੌਕਰੀ ਕਰ ਰਹੀ ਹੈ ਤੇ ਨੌਕਰੀ ਵਾਲੀ ਮਾਂ ਜਿਹੜੀ ਨਾ, ਕਿਤੇ ਇੰਝ ਲੱਗਦਾ ਹੈ ਕਿ ਦੁਨੀਆ ਦੀ ਭੀੜ ਵਿੱਚ, ਮੈਂ ਇੱਕ ਸਿੱਖ ਮਾਂ ਦੀ ਵੀ ਗੱਲ ਨਾ ਕਰਾਂ ਤਾਂ ਉਹਦੀ ਹੋਲ ਕਰੋ ਤਾਂ ਉਹ ਮਾਂ ਗਵਾਚ ਗਈ ਹੈ। ਉਹ ਆਪਣੇ ਫਰਜ਼ਾਂ ਤੋਂ ਪਰੇ ਪਰੇ ਜਾ ਰਹੀ ਹੈ। ਇੱਕ ਉਹਦੇ ਕੋਲ ਟਾਈਮ ਵੀ ਨਹੀਂ ਕਿ ਜੋ ਆਪਣੇ ਬੱਚਿਆਂ ਨੂੰ ਟਾਈਮ ਦੇ ਸਕੇ। ਸੋ ਇਹਦੇ ਨਾਲ ਵੀ ਬੜਾ ਘਾਟ ਪਿਆ। ਦੂਸਰੀ ਗੱਲ ਜੋ ਹੈ, ਸਾਡੇ ਅਧਿਆਪਕ ਵੀ ਉਹ ਅਧਿਆਪਕ ਨਹੀਂ ਰਹੇ ਜਿਹੜੇ ਅਧਿਆਪਕ ਪਹਿਲੇ ਸਨ। ਅੱਜ ਅਧਿਆਪਕ ਪੜ੍ਹਾ ਤਾਂ ਰਿਹਾ, ਪਰ ਉਹ ਪੈਸੇ ਦੀ ਦੌੜ ਵਿੱਚ ਵੀ ਬੜਾ ਹੈ। ਉਦੋਂ ਲੋਕਾਂ ਨੂੰ ਪੈਸੇ ਦੀ ਦੌੜ ਨਹੀਂ ਸੀ। ਅੱਜ ਸਾਡੇ ਸਾਹਮਣੇ ਪ੍ਰਿੰਸੀਪਲ ਤੇਜਾ ਸਿੰਘ, ਪ੍ਰਿੰਸੀਪਲ ਗੰਗਾ ਸਿੰਘ, ਭਾਈ ਜੋਤ ਸਿੰਘ, ਬਾਬਾ ਹਰਕ੍ਰਿਸ਼ਨ ਸਿੰਘ ਵਰਗੇ ਟੀਚਰ ਨਹੀਂ ਹੈਗੇ। ਜੀ, ਸੋ ਉਹਦਾ ਕੀ ਰੀਜ਼ਨ ਆ? ਜੇ ਅਧਿਆਪਕ ਹੀ ਸਹੀ ਰਾਹ ਤੇ ਨਹੀਂ ਹੈਗਾ ਤੇ ਫਿਰ ਅਸੀਂ ਕਿਸ ਨੂੰ ਕਹੀਏ ਕਿ ਤੂੰ ਗਲਤ ਆ, ਜਾਂ ਅਸੀਂ ਦੋਸ਼ ਕਿਸੇ ਨੂੰ ਨਹੀਂ ਦੇ ਸਕਦੇ। ਕੀ ਰੀਜ਼ਨ ਆ ਕਿ ਅੱਜ ਸਾਰਾ ਸਟਰਕਚਰ ਹੀ ਕਿਉਂ ਬਦਲ ਗਿਆ ਹੈ? ਦੇਖੋ, ਇੱਕ ਤਾਂ ਕਾਰਨ ਹੈ ਕਿ ਮਾਹੌਲ ਜਿਹੜਾ ਉਹ ਚੇਂਜ ਹੋ ਗਿਆ, ਮਾਇਆ ਦੀ ਦੌੜ ਵਿੱਚ ਬੰਦਾ ਪੈ ਗਿਆ। ਜਿਹੜੇ ਪੁਰਾਣੇ ਟੀਚਰ ਸਨ ਉਹ ਪੇਨਸ ਲੈਂਦੇ ਸਨ ਬੱਚਿਆਂ ਉੱਤੇ, ਉਹਨਾਂ ਨੂੰ ਕੋਲ ਬਿਠਾਉਂਦੇ ਸਨ, ਉਹਨਾਂ ਨਾਲ ਗੱਲਬਾਤ ਕਰਦੇ ਸਨ। ਉਹਨਾਂ ਦਾ ਰਿਸ਼ਤਾ ਇੱਕ ਦੋਸਤੀ ਵਾਲਾ ਰਿਸ਼ਤਾ ਹੁੰਦਾ ਸੀ। ਜੀ, ਮੈਨੂੰ ਦੇਖੋ, ਮੈਂ ਆਪਣੀ ਜ਼ਿੰਦਗੀ 'ਚ ਦੇਖਿਆ ਕਿ ਜਦੋਂ ਮੈਂ ਪੜ੍ਹਾਉਂਦੀ ਸੀ ਤਾਂ ਵੀ ਮੈਨੂੰ ਬੜੇ ਸ਼ਰਾਰਤੀ ਬੱਚੇ ਮਿਲਦੇ ਸੀ, ਪਰ ਮੈਂ ਮੁੰਡਿਆਂ ਨੂੰ ਪੜ੍ਹਾਇਆ 22 ਸਾਲ, ਕੁੜੀਆਂ ਨੂੰ ਮੈਂ ਨਹੀਂ ਪੜ੍ਹਾਇਆ। ਪਰ ਮੈਂ ਉਹ ਜਿਹੜੇ ਮੁੰਡੇ ਪਿੰਡਾਂ ਤੋਂ ਆਉਂਦੇ ਸਨ ਨਾ, ਉਹਨਾਂ ਨੂੰ ਮੈਂ ਫੜ ਕੇ ਲਿਆਂਦੀ ਸੀ ਬਾਹਰੋਂ ਕਿ ਆ ਜਾਓ ਕਲਾਸ ਲਗਾ ਲਓ। ਤੇ ਮੈਂ ਉਹਨਾਂ ਨੂੰ ਇੱਕ ਗੱਲ ਕਿਹਾ ਕਰਦੀ ਸੀ ਵੀ ਦੇਖੋ ਕਾਕਾ, ਜੇ ਤੁਹਾਨੂੰ ਆਪਣੇ ਮਾਪਿਆਂ ਦੇ ਪੈਸੇ ਦੀ ਕਦਰ ਨਹੀਂ, ਤੁਸੀਂ ਜਿਹੜੇ ਸਾਈਕਲ ਦੇ ਪੈਡਲ ਮਾਰ ਕੇ ਆਉਂਦੇ ਹੋ ਨਾ, ਉਹਦੀ ਲਾਜ ਰੱਖ ਲਓ ਤੇ ਤੁਸੀਂ ਕਲਾਸ ਵਿੱਚ ਆ ਜਾਓ। ਉਹ ਮੁੰਡੇ ਮੇਰੇ ਕੋਲ ਕਲਾਸ ਵਿੱਚ ਆ ਜਾਂਦੇ ਸਨ। ਅੱਜ ਉਹ ਮੁੰਡੇ ਜਦੋਂ ਕਿਤੇ ਮੈਨੂੰ ਮਿਲਦੇ ਨੇ ਤੇ ਮੈਨੂੰ ਕਹਿੰਦੇ ਨੇ ਕਿ ਮੈਡਮ ਤੁਹਾਡੀ ਸਖਤੀ ਜਿਹੜੀ ਸੀ ਨਾ ਉਹ ਸਾਨੂੰ ਪੜਾ ਗਈ, ਜੇ ਤੁਸੀਂ ਸਖਤ ਨਾ ਹੁੰਦੇ। ਪਰ ਮੈਂ ਇਹ ਚੀਜ਼ਾਂ ਆਪਣੇ ਤੇ ਵੀ ਲਾਗੂ ਕਰਦੀ ਹਾਂ। ਮੈਨੂੰ ਯਾਦ ਹੈ ਜਦੋਂ ਮੈਂ ਕੋਟਾਂ ਕਾਲਜ ਵਿੱਚ, ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਵਿੱਚ ਸਾਂ, ਜਾਂ ਮੈਂ ਦਮਦਮਾ ਸਾਹਿਬ ਵੀ ਸੀ ਪ੍ਰਿੰਸੀਪਲ ਜਦੋਂ, ਤੇ ਮੈਂ ਇਹ ਸੋਚਿਆ ਕਰਨਾ ਕਿ ਮੈਂ ਪੂਰੇ ਵਕਤ ਸਿਰ ਪਹੁੰਚ ਜਾਵਾਂ। ਜਨਮ ਅਸ਼ਟਮੀ ਦੀ ਛੁੱਟੀ ਹੋਣੀ, ਕਾਲਜ ਵਿੱਚ ਸਾਨੂੰ ਛੁੱਟੀ ਨਹੀਂ ਹੁੰਦੀ ਸੀ, ਤੇ ਮੈਂ ਕਹਿਣਾ ਅੱਜ ਸ਼੍ਰੋਮਣੀ ਕਮੇਟੀ ਦਾ, ਕਾਲਜ ਵੀ ਛੁੱਟੀ ਹੁੰਦੀ ਸੀ, ਸ਼੍ਰੋਮਣੀ ਕਮੇਟੀ ਦਾ ਦਫ਼ਤਰ ਖੁੱਲ੍ਹਾ ਹੁੰਦਾ ਸੀ, ਤੇ ਮੈਂ ਕਹਿਣਾ ਮੈਂ ਅੱਜ ਆਪਣੇ ਕਾਲਜ ਦੇ ਕੰਮ ਕਰ ਰਿਹਾ ਵਾਂ ਤਾਂ ਕਿ ਮੈਂ ਕਾਲਜ ਵਿੱਚੋਂ ਗੈਰ ਹਾਜ਼ਰ ਨਾ ਹੋਵਾਂ। ਮੈਨੂੰ ਕਾਲਜ ਨਾਲ ਆਪਣਾ ਇੱਕ ਘਰ ਲੱਗਦਾ ਸੀ। ਮੈਨੂੰ ਲੱਗਦਾ ਮੈਂ ਉਹ ਘਰ ਹੀ ਸਵਾਰਦੀ ਰਹੀ ਤੇ ਸਵਾਰਦੀ ਉੱਥੋਂ ਰਿਟਾਇਰ ਹੋ ਕੇ ਆ ਗਈ। ਉਸ ਤੋਂ ਬਾਅਦ ਮੈਂ 1 ਸਾਲ ਹੋਰ ਵੀ ਕੰਮ ਕੀਤਾ। ਅਲਵਰ ਦੇ ਕੋਲ ਇੱਕ ਰਾਮਗੜ੍ਹ ਤਹਿਸੀਲ ਹੈ, ਖਾਲਸਾ ਕਾਲਜ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਉੱਥੇ ਮੈਂ 1 ਸਾਲ ਦੇ ਕਰੀਬ ਕੰਮ ਕੀਤਾ। ਪਰ ਮੈਂ ਉੱਥੋਂ ਕੁਝ ਹਾਲਾਤ ਜਿਹੇ ਹੋਣ ਕਰਕੇ ਮੈਂ ਆ ਗਈ ਵਾਪਸ। ਉਹ ਕਾਲਜ ਕਿਸੇ ਹੋਰ ਕੋਲ ਚਲਾ ਗਿਆ। ਉਸ ਤੋਂ ਬਾਅਦ ਮੈਂ ਜਦੋਂ ਮੁੰਨੇ ਕਾਲਜ ਵਿੱਚ ਗਈ, ਸੰਤ ਬਾਬਾ ਸੇਵਾ ਸਿੰਘ ਖਾਲਸਾ ਕਾਲਜ ਮੁੰਨੇ ਰੋਪੜ ਹੈ, ਮੈਂ ਆਪਣੇ ਰਿਟਾਇਰ ਹੋਣ ਤੋਂ ਬਾਅਦ 4 ਸਾਲ ਉੱਥੇ ਵੀ ਲਗਾ ਕੇ, ਉੱਥੇ ਵੀ ਮੈਨੂੰ ਨਾ ਆਪਣਾ ਘਰ ਲੱਗਦਾ ਸੀ। ਮੈਨੂੰ ਲੱਗਦਾ ਸੀ ਮੈਂ ਘਰ ਨੂੰ ਸਵਾਰ ਦਿਆਂ, ਕਿਉਂਕਿ ਸਾਡੀ ਸਿੱਖ ਵਿਦਿਅਕ ਸੰਸਥਾ ਹੈ ਤੇ ਇਹਨੂੰ ਸਵਾਰਨਾ ਚਾਹੀਦਾ ਹੈ।
ਜੇ ਅਸੀਂ ਨਹੀਂ ਸਵਾਰਾਂਗੇ ਤੇ ਕੌਣ ਕਰੇਗਾ। ਸਤ ਤੇ ਉਸ ਇਲਾਕੇ ਦੀਆਂ ਕੁੜੀਆਂ ਜਿਹੜੀਆਂ ਸਨ ਨਾ ਉਹ ਧਰਮ ਤੋਂ ਬੜੀਆਂ ਪਰੇ ਪਰੇ ਸਨ ਤੇ ਜਿੱਥੇ ਅਸੀਂ ਉਹਨਾਂ ਨੂੰ ਦੁਨਿਆਵੀ ਵਿੱਦਿਆ ਦਿੰਦੇ ਸੀ ਉੱਥੇ ਮੇਰੇ ਮਨ 'ਚ ਇੱਕ ਚਾਹ ਹੁੰਦੀ ਸੀ ਕਿ ਅਸੀਂ ਇਹਨਾਂ ਨੂੰ ਅਧਿਆਤਮਿਕ ਵਿੱਦਿਆ ਦੇ ਵੀ ਗਿਆਤਾ ਬਣਾਈਏ ਤਾਂ ਕਿ ਕਿਉਂਕਿ ਦੁਨਿਆਵੀ ਵਿੱਦਿਆ ਲੈ ਲੈਣੀ ਤੇ ਕੋਈ ਸੌਖੀ ਹੈ ਪਰ ਜਦੋਂ ਅਸੀਂ ਧਰਮ ਨਾਲ ਟੁੱਟ ਕੇ ਦੁਨਿਆਵੀ ਵਿੱਦਿਆ ਲਾਂਗੇ ਫਿਰ ਸਾਨੂੰ ਦੁਨਿਆਵੀ ਵਿਦਿਆਲੇ ਦਾ ਕੋਈ ਫਾਇਦਾ ਨਹੀਂ ਹੋਣਾ। ਧਾਰਮਿਕ ਵਿੱਦਿਆ ਜਾਂ ਧਾਰਮਿਕ ਤੌਰ ਤੇ ਆਪਣੇ ਆਪ ਨੂੰ ਉੱਚੇ ਚੱਕਣ ਲਈ ਕੀ ਆਪ ਜੀ ਸੋਚਦੇ ਹੋ ਕਿ ਜਿਹੜੀ ਦੁਨਿਆਵੀ ਜਾਂ ਐਕੈਡੈਮਿਕ ਜਿਹੜੀ ਸਾਡੀ ਸਿੱਖਿਆ ਹੈ ਜਾਂ ਡਿਗਰੀਜ਼ ਨੇ ਉਹ ਕਿੰਨੀਆਂ ਕੁ ਜ਼ਰੂਰੀ ਨੇ? ਦੇਖੋ ਸਮੇਂ ਦੇ ਅਨੁਸਾਰ ਤੇ ਉਹ ਜ਼ਰੂਰੀ ਨੇ ਜੀ ਪਰ ਦੇਖੋ ਮੈਂ ਜਿਵੇਂ ਤੁਹਾਨੂੰ ਪਹਿਲੇ ਗੱਲ ਕੀਤੀ ਕਿ ਪ੍ਰਿੰਸੀਪਲ ਤੇਜਾ ਸਿੰਘ ਸਨ ਭਾਈ ਜੋਤ ਸਿੰਘ ਸਨ ਇਹਨਾਂ ਸਾਰਿਆਂ ਦੇ ਕੋਲ ਇੰਨਾ ਇਹ ਆਪਣੇ ਜਦੋਂ ਰਿਸੈਸ ਟਾਈਮ ਹੁੰਦਾ ਸੀ ਨਾ ਰਿਸੈਸ ਦਾ ਉਦੋਂ ਵੀ ਮੈਂ ਜੋ ਪੜ੍ਹਿਆ ਉਹਨਾਂ ਬਾਰੇ ਕਿ ਉਹ ਕਹਿੰਦੇ ਸੀ ਵੀ ਉਹ ਆਪਣੇ ਪੋਥੀਆਂ ਲੈ ਕੇ ਤੇ 10 ਮਿੰਟ ਪਾਠ ਕਰਿਆ ਕਰਦੇ ਸਨ ਤੇ ਜਿੰਨੀ ਧਰਮ ਦਾ ਚੇਟਕ ਹੈ ਨਾ ਜਿਹੜੇ ਬੰਦੇ ਨੂੰ ਉਹ ਸਵਾਦ ਦਿੰਦੀ ਹੈ ਨਾ ਉਹ ਤੁਹਾਡੀ ਧਾਰਮਿਕ ਵਿੱਦਿਆ ਦੇ ਕਾਰਨ ਹੀ ਤੁਸੀਂ ਵਿਦਿਅਕ ਖੇਤਰ ਵਿੱਚ ਵੀ ਅੱਗੇ ਵਧਦੇ ਹੋ। ਜੇ ਮੈਂ ਇਹ ਕਹਾਂ ਕਿ ਜਿਹੜੀ ਅੱਜ ਕੱਲ੍ਹ ਦੀ ਦੁਨਿਆਵੀ ਸਿੱਖਿਆ ਬੁਕਿਸ਼ ਨੌਲੇਜ ਹੈ ਜਿਹੜੀਆਂ ਡਿਗਰੀਜ਼ ਨੇ ਉਹ ਅਸੀਂ ਪ੍ਰਾਪਤ ਕਰ ਸਕਦੇ ਹਾਂ ਉਹਦੇ 'ਚ ਸਾਨੂੰ ਧਾਰਮਿਕ ਪੱਖ ਕਿੰਨਾ ਕੁ ਜ਼ਰੂਰੀ ਹੈ ਤਾਂ ਕਿ ਉਹਦੇ ਨਾਲ ਸਾਡਾ ਓਵਰਆਲ ਕੈਰੈਕਟਰ ਬਿਲਟ ਅਪ ਹੋਵੇ? ਬਹੁਤ ਵੱਡੀ ਲੋੜ ਹੈ ਜੀ ਉਹਦੀ ਪਰ ਅੱਜ ਕੱਲ੍ਹ ਦੇ ਸਮੇਂ 'ਚ ਉਹ ਨਹੀਂ ਮਿਲਦੀ। ਉਹਦਾ ਕਾਰਨ ਜੋ ਮੈਂ ਸੋਚਦੀ ਹਾਂ ਸਾਡੇ ਬੱਚਿਆਂ ਦਾ ਕਸੂਰ ਨਹੀਂ ਹੈ ਜੀ ਉਹ ਸਾਡੀਆਂ ਜਿਹੜੀਆਂ ਮੈਨੇਜਮੈਂਟ ਹਨ ਨਾ ਸਾਡੇ ਜੇ ਪ੍ਰਬੰਧਕ ਨੇ ਉਹਨਾਂ ਨੂੰ ਅਜਿਹਾ ਕਰ ਦੇਣਾ ਚਾਹੀਦਾ ਹੈ। ਹੁਣ ਜਦੋਂ ਅਸੀਂ ਛੋਟੇ ਹੁੰਦੇ ਪੜ੍ਹਦੇ ਸੀ ਅੱਜ ਕੱਲ੍ਹ ਮੈਂ ਦੇਖਦੀ ਹਾਂ ਬੱਚਿਆਂ ਦੇ ਬੜੇ ਕੈਂਪ ਲੱਗਦੇ ਨੇ ਅਸੀਂ ਬੱਚਿਆਂ ਨੂੰ ਓਵਰਬਰਡਨ ਕੀਤਾ ਹੋਇਆ ਵਾਧੂ ਭਾਰ ਪਾਇਆ ਹੈ ਛੁੱਟੀਆਂ ਵਿੱਚ ਵੀ ਗਰਮੀਆਂ ਵਿੱਚ ਉਹ ਕੈਂਪ ਲਗਾਉਂਦੇ ਨੇ ਪਰ ਜਦੋਂ ਅਸੀਂ ਪੜ੍ਹਦੇ ਸੀ ਕਲਗੀਧਰ ਖਾਲਸਾ ਸਕੂਲ ਦੇ ਵਿੱਚ ਸਾਡਾ ਇੱਕ ਧਾਰਮਿਕ ਟੀਚਰ ਹੁੰਦਾ ਸੀ ਉਹ ਸਾਨੂੰ ਪਾਠ ਪੜ੍ਹਾਉਂਦੇ ਸਨ ਉਹ ਸਾਨੂੰ ਸਾਰਾ ਕੁਝ ਕਰਾਉਂਦੇ ਸੀ ਸਾਨੂੰ ਉਹਨਾਂ ਕੈਂਪਾਂ ਦੀ ਲੋੜ ਹੀ ਨਹੀਂ ਪਈ। ਇਹ ਕੈਂਪ ਹੁਣ ਦੌੜ ਬਣੀ ਉਦੋਂ ਕੇਵਲ ਕਿਤੇ ਲੱਗਦੇ ਸਨ ਫੈਡਰੇਸ਼ਨ ਦੇ ਕੈਂਪ ਲੱਗਦੇ ਸਨ ਇਸ ਤਰ੍ਹਾਂ ਦੇ ਕੈਂਪ ਨਹੀਂ ਸੀ ਲੱਗਦੇ ਉਦੋਂ ਧਾਰਮਿਕ ਟੀਚਰ ਹੀ ਤੁਹਾਨੂੰ ਇਸ ਤਰ੍ਹਾਂ ਇੱਕ ਸਾਡਾ ਪੂਰਾ ਪੀਰੀਅਡ ਹੁੰਦਾ ਸੀ ਸਾਡਾ ਜਿਹਦੇ ਵਿੱਚੋਂ ਅਸੀਂ ਕਲਾਸ ਵਿੱਚ ਜਾਂਦੇ ਸਾਂ ਔਰ ਸਾਡਾ ਸਿਲੇਬਸ ਹੁੰਦਾ ਸੀ ਇੱਕ ਸ਼੍ਰੋਮਣੀ ਕਮੇਟੀ ਵੱਲੋਂ ਪੇਪਰ ਹੁੰਦੇ ਸਨ ਇੱਕੋ ਹੀ ਸੰਸਥਾ ਸੀ ਸ਼੍ਰੋਮਣੀ ਕਮੇਟੀ ਵੱਲੋਂ ਪੇਪਰ ਹੁੰਦੇ ਸੀ ਹੋਰ ਕਿਤੇ ਪੇਪਰ ਨਹੀਂ ਹੁੰਦੇ। ਅੱਜ ਹੁਣ ਬੜੀਆਂ ਸੰਸਥਾਵਾਂ ਵਿੱਚ ਪੇਪਰ ਹੋਣ ਲੱਗ ਗਏ ਗੁਰਮਤ ਦਾ ਬੜਾ ਫੈਲਾਅ ਹੋ ਗਿਆ ਪਰ ਫਿਰ ਵੀ ਜਿਹੜੇ ਬੱਚੇ ਨੇ ਨਾ ਉਹ ਇਸ ਤੋਂ ਦੂਰ ਉਹਦਾ ਕੀ ਰੀਜ਼ਨ ਹੈ ਕਿ ਇਤਨਾ ਪਸਾਰ ਵੀ ਹੈ ਚੈਨਲਸ ਵੀ ਚੱਲ ਰਹੇ ਨੇ ਗੁਰਦੁਆਰਿਆਂ 'ਚ ਕਿਤੇ ਕੈਂਪਸ ਵੀ ਚੱਲ ਰਹੇ ਨੇ ਸਭ ਕੁਝ ਹੋ ਰਿਹਾ ਹੈ ਕੀ ਰੀਜ਼ਨ ਹੈ ਕਿ ਫਿਰ ਵੀ ਜਿੱਥੇ ਜੋ ਸਾਡੀ ਮੰਜ਼ਿਲ ਆ ਉੱਥੇ ਉਤੋਂ ਅਸੀਂ ਬਹੁਤ ਦੂਰ ਕਿਉਂ ਜਾ ਰਹੇ ਹਾਂ? ਮੈਨੂੰ ਇਹਦੇ ਵਿੱਚ ਦੇਖੋ ਇਹ ਲੱਗਦਾ ਕਿ ਜਿਹੜੀ ਮਾਂ-ਬਾਪ ਦਾ ਰੋਲ ਹੈ ਨਾ ਮਾਂ-ਬਾਪ ਇਸ 'ਤੇ ਰੋਲ ਅਦਾ ਨਹੀਂ ਕਰ ਰਹੇ। ਹੁਣ ਸਾਡੀਆਂ ਮਾਵਾਂ ਸਾਨੂੰ ਕਹਿੰਦੀਆਂ ਸੀ ਨਾਸ਼ਤਾ ਤਾਂ ਮਿਲੇਗਾ ਜੇ ਤੁਸੀਂ ਪਹਿਲੇ ਬਾਬਾ ਜੀ ਦੇ ਕਮਰੇ ਵਿੱਚ ਜਾਓਗੇ ਪਾਠ ਕਰਕੇ ਆਓਗੇ ਤਾਂ ਹੁਣ ਕੋਈ ਮਾਂ ਉਹ ਜਿਹਾ ਨਹੀਂ ਕਹਿ ਰਹੀ। ਇੱਕ ਤੇ ਬੱਚਿਆਂ ਦੀ ਵੀ ਦੌੜਾ ਉਹਨਾਂ ਨੇ 6 ਵਜੇ ਸਕੂਲ ਜਾਣਾ ਪਰ ਮੈਂ ਕਈ ਇਹੋ ਜਿਹੀਆਂ ਸੁਚੱਜੀਆਂ ਮਾਵਾਂ ਦੇਖੀਆਂ ਜਿਹੜੀਆਂ ਬੱਚਿਆਂ ਦੇ ਕੇਸ ਵਾਰਦੀਆਂ ਹੋਈਆਂ ਉਹਨਾਂ ਨੂੰ ਨਾਲ ਰੋਜ਼ ਜਪਜੀ ਸਾਹਿਬ ਦਾ ਪਾਠ ਕਰਵਾ ਦਿੰਦੀਆਂ ਨੇ। ਮੇਰੀ ਆਪਣੀ ਇੱਕ ਛੋਟੀ ਜੀ ਭਤੀਜੀ ਹੈ ਅਸੀਂ ਰਹਿ ਰਸ ਦਾ ਪਾਠ ਕਰਦੇ ਸੀ ਮੈਂ ਕਿਹਾ ਆ ਗੁੱਡੂ ਅਸੀਂ ਬੈਠ ਕੇ ਰਹਿ ਰਸ ਕਰੀਏ ਤੇ ਰਹਿ ਰਸ ਕਰਨ ਲੱਗੇ ਉਹ ਮੇਰੀ ਭਾਬੀ ਨੇ ਉਹਨੂੰ ਸਿਖਾਇਆ ਸੀ ਜਪਜੀ ਸਾਹਿਬ ਦਾ ਪਾਠ ਅਜੇ ਉਹ ਰਹਿ ਰਸ ਤੇ ਪੁੱਜੀ ਨਹੀਂ ਸੀ। ਜਦੋਂ ਮੈਂ ਉਹਨੂੰ 3 ਕੁ ਸਾਲ ਦੀ ਸੀ ਮੈਂ ਕਿਹਾ ਮੈਂ ਰਹਿ ਰਸ ਸ਼ੁਰੂ ਕੀਤੀ ਉਹ ਮੱਥੇ ਤੇ ਹੱਥ ਮਾਰ ਕੇ ਕਹਿੰਦੀ ਹੈ ਕੋਈ ਪਾਠ ਹੈ ਤੇ ਮੈਂ ਕਿਹਾ ਫਿਰ ਪਾਠ ਕਿਹੜਾ ਕਹਿੰਦਾ ਪਾਠ ਤਾਂ ਹੈ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ। ਹੁਣ ਬੱਚੇ ਨੂੰ ਚੇਟਕ ਲੱਗੀ ਹੌਲੀ ਹੌਲੀ ਉਸ ਬੱਚੇ ਨੇ 7 ਬਾਣੀਆਂ ਫਿਰ ਉਹਨੇ ਮੈਨੂੰ ਆਪ ਕਿਆ ਕਰਨਾ ਅੱਜ ਮੈਂ 7 ਬਾਣੀਆਂ ਕੰਠ ਕਰ ਲਈਆਂ ਹੁਣ ਮੈਂ 13 ਬਾਣੀਆਂ ਕੰਠ ਕਰ ਲਈਆਂ। ਮਤਲਬ ਇਹ ਚੇਟਕ ਤਾਂ ਘਰ ਵਿੱਚੋਂ ਮਿਲਦੀ ਹੈ ਜਿੰਨੇ ਮਰਜ਼ੀ ਰੁਝੇਵੇਂ ਹੋਣ। ਅੱਜ ਮਾਂ ਨੇ ਕੇ ਵੀ ਬਣਾ ਲਿਆ ਕੰਮ ਕਿ ਮੇਰੇ ਕੋਲ ਵਕਤ ਨਹੀਂ ਬੱਚੇ ਓਵਰਬਰਡਨ ਨੇ ਬੱਚਿਆਂ ਨੇ ਬਹੁਤ ਸਾਰੀਆਂ ਪੜ੍ਹਾਈਆਂ ਕਰਨੀਆਂ ਨੇ ਪਰ ਮੈਂ ਬੜੇ ਇੰਟੈਲੀਜੈਂਟ ਬੱਚੇ ਦੇਖੇ ਨੇ ਜਿਨ੍ਹਾਂ ਦੇ 90% ਨੰਬਰ ਆਉਂਦੇ ਨੇ ਪਰ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਧਰਮ ਦੇ ਨਾਲ ਜੋੜਿਆ ਹੋਇਆ। ਅੱਜ ਅਸੀਂ ਗੱਲ ਕਰ ਰਹੇ ਹਾਂ ਬੀਬੀ ਮਨਜਿੰਦਰ ਕੌਰ ਜੀ ਨਾਲ। ਪ੍ਰੋਗਰਾਮ ਚੱਲ ਰਿਹਾ ਪੰਥ ਦੀਆਂ ਸਿੰਘਣੀਆਂ। ਬਹੁਤ ਹੀ ਖੂਬਸੂਰਤ ਤੇ ਉੱਤਮ ਵਿਚਾਰ ਅੱਜ ਕੱਲ੍ਹ ਦੀ ਸੋਸਾਇਟੀ ਵਿੱਚ ਜੋ ਕੁਝ ਹੋ ਰਿਹਾ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਉਹਦਾ ਸਾਨੂੰ ਰੀਜ਼ਨ ਦੇ ਨਾਲ ਉਹਦਾ ਜਵਾਬ ਸਾਨੂੰ ਜੇ ਮਿਲ ਜਵੇ ਤੇ ਸਾਡੇ ਕਈ ਭਰਮ ਭੁਲੇਖੇ ਦੂਰ ਹੋ ਸਕਦੇ ਨੇ। ਤੇ ਜੋ ਵਿਚਾਰ ਬੀਬੀ ਮਨਜਿੰਦਰ ਕੌਰ ਜੀ ਦੇ ਰਹੇ ਨੇ ਮੇਰਾ ਖਿਆਲ ਹੈ ਕਿ ਜੇਕਰ ਅਸੀਂ ਇਹਨਾਂ ਤੇ ਵਿਚਾਰ ਕਰੀਏ ਇਹਨਾਂ ਨੂੰ ਸਮੇਂ ਸਿਰ ਸੋਚ ਲਈਏ ਤੇ ਕਾਫੀ ਲਾਹਾ ਪ੍ਰਾਪਤ ਹੋਏਗਾ। ਬੀਬੀ ਮਨਜਿੰਦਰ ਕੌਰ ਜੀ ਮੈਂ ਆਪ ਜੀ ਤੋਂ ਅਗਲਾ ਸਵਾਲ ਇਹ ਪੁੱਛਣਾ ਚਾਹੂੰਗੀ ਕਿ ਜੀਵਨ ਵਿੱਚ ਜੇ ਤੁਸੀਂ ਕਿਸੇ ਦੀ ਆਟੋਬਾਇਓਗ੍ਰਾਫੀ ਪੜ੍ਹੋ ਜਾਂ ਕਿਸੇ ਨੂੰ ਵੀ ਪੁੱਛੋ ਜਿਹੜੇ ਕਿਸੇ ਮੁਕਾਮ ਤੇ ਪਹੁੰਚੇ ਨੇ ਜਾਂ ਜਿਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ ਉਹਨਾਂ ਦੇ ਜੀਵਨ ਵਿੱਚ ਕੋਈ ਨਾ ਕੋਈ ਰੋਲ ਮਾਡਲ ਜ਼ਰੂਰ ਹੁੰਦਾ ਹੈ। ਆਪ ਜੀ ਦੇ ਰੋਲ ਮਾਡਲ ਕੌਣ ਰਹੇ ਨੇ? ਦੇਖੋ ਮੇਰੇ ਸਭ ਤੋਂ ਪਹਿਲੇ ਰੋਲ ਮਾਡਲ ਤਾਂ ਮੇਰੇ ਪਿਤਾ ਜੀ ਨੇ ਜੀ। ਦੂਸਰੇ ਮੇਰੇ ਰੋਲ ਮਾਡਲ ਕਿਉਂਕਿ ਮੈਨੂੰ ਨਾ ਇੱਕ ਬੜਾ ਸ਼ੌਂਕ ਸੀ ਕਿ ਜਿਹਨੇ ਸਾਡੇ ਪੁਰਾਣੇ ਪ੍ਰਿੰਸੀਪਲ ਸਨ
ਉਹ ਨਾਲ ਸਿੱਖ ਸਿਆਸਤ ਦੇ ਵੀ ਨਾਲ ਤੁਰਦੇ ਸਨ ਜੀ। ਤੇ ਮੈਨੂੰ ਇਹ ਵੀ ਨਾਲ ਸ਼ੌਂਕ ਸੀ ਕਿ ਮੈਂ ਉਹਨਾਂ ਜਗ੍ਹਾ ਤੇ ਜਾਂਦੀ ਸਾਂ, ਸਿੱਖ ਸਿਆਸਤ ਨੂੰ ਪੜ੍ਹਦੀ ਸਾਂ ਤੇ ਉਹਦੇ ਵਿੱਚ ਮੇਰੇ ਜਿਹੜੇ ਸਭ ਤੋਂ ਵੱਡੇ ਰੋਲ ਮਾਡਲ ਸਨ ਉਹ ਪੰਥ ਰਤਨ ਸ੍ਰੀਮਾਨ ਮਾਸਟਰ ਤਾਰਾ ਸਿੰਘ ਜੀ ਸਨ ਜੀ। ਜਿਨ੍ਹਾਂ ਵਰਗਾ ਹੁਣ ਕੋਈ ਲੀਡਰ ਮਿਲਦਾ ਨਹੀਂ। ਮੈਨੂੰ ਮੇਰੇ ਪਿਤਾ ਜੀ ਉਹਨਾਂ ਦੀਆਂ ਗੱਲਾਂ ਸੁਣਾਇਆ ਕਰਦੇ ਸਨ। ਮੈਂ ਆਪਣੀ ਪ੍ਰਿੰਸੀਪਲ ਦੇ ਦੌਰਾਨ ਜਿੰਨੀ ਕੁ ਗਰੀਬੀ ਹੰਡਾਈ, ਗਰੀਬੀ ਮੇਰਾ ਇਹ ਨਹੀਂ ਕਿ ਮੇਰੇ ਕੋਲ ਪੈਸਾ ਨਹੀਂ ਜਾਂ ਕੁਝ ਨਹੀਂ ਸੀ, ਪਰ ਮੈਂ ਜਿਸ ਪਿਆਰ ਨਾਲ ਸਕੂਲਾਂ ਕਾਲਜਾਂ ਵਿੱਚ ਕੰਮ ਕੀਤਾ ਉਹਦੇ ਪਿੱਛੇ ਮਾਸਟਰ ਤਾਰਾ ਸਿੰਘ ਦਾ ਬਹੁਤ ਵੱਡਾ ਹੱਥ ਸੀ ਕਿ ਮੈਂ ਇਮਾਨਦਾਰੀ ਨਾਲ ਕੰਮ ਕੀਤਾ। ਉਹ ਮੇਰੇ ਰੋਲ ਮਾਡਲ ਸਨ ਮਾਸਟਰ ਤਾਰਾ ਸਿੰਘ। ਕਿਸ ਰੂਪ ਵਿੱਚ ਤੁਸੀਂ ਉਹਨਾਂ ਨੂੰ ਆਪਣੇ ਰੋਲ ਮਾਡਲ ਕਹਿੰਦੇ ਹੋ? ਐਸੀਆਂ ਕਿਹੜੀਆਂ ਕੁਆਲਿਟੀ ਸੀਗੀਆਂ ਜਿਹੜੀਆਂ ਤੁਸੀਂ ਉਹਨਾਂ ਦੇ ਜੀਵਨ ਤੋਂ ਆਪਣੇ ਜੀਵਨ ਵਿੱਚ ਲਿਆਂਦੀਆਂ? ਦੇਖੋ, ਮਾਸਟਰ ਤਾਰਾ ਸਿੰਘ ਦੀ ਇੱਕ ਛੋਟੀ ਜੀ ਗੱਲ ਹੈ ਕਿ ਉਹਨਾਂ ਦੀ ਜਿਹੜੀ ਪੈਨ ਵਿੱਚ ਸ਼ਾਹੀ ਹੁੰਦੀ ਸੀ ਜੀ, ਉਹ ਵੀ ਉਹਨਾਂ ਦੀ ਆਪਣੀ ਹੁੰਦੀ ਸੀ, ਉਹ ਦਫ਼ਤਰ ਵਿੱਚੋਂ ਨਹੀਂ ਸਨ ਲੈਂਦੇ। ਮੈਂ ਉਹਨਾਂ ਦੇ ਕਈ ਜ਼ਿੰਦਗੀ ਦੀਆਂ ਘਟਨਾਵਾਂ ਨੇ, ਇੱਕ ਉਹਨਾਂ ਦੀ ਛੋਟੀ ਜੀ ਘਟਨਾ ਮੈਂ ਤੁਹਾਨੂੰ ਸੁਣਾਉਂਦੀ ਹਾਂ ਕਿ ਉਹਨਾਂ ਦੀ ਬੇਟੀ ਦੀ ਮੰਗਣੀ ਹੋਣੀ ਸੀ ਤੇ ਉਹਨਾਂ ਦੇ ਦੋਨਾਂ ਜੇਬਾਂ ਵਿੱਚ ਪੈਸੇ ਸਨ ਤੇ ਉਹਨਾਂ ਦੀ ਜਿਹੜੀ ਕੁੜਮ ਸਨ ਨਾਲ ਸਨ, ਅਰਦਾਸ ਹੋਣੀ ਸੀ ਉਦੋਂ ਲੋਕ 1 ਰੁਪਇਆ ਦਿੰਦੇ ਸਨ ਤੇ ਉਹਨਾਂ ਨੇ ਆਪਣੇ ਜੇਬ ਵਿੱਚੋਂ ਪੈਸੇ ਨਹੀਂ ਕੱਢੇ ਤੇ ਉਹਨਾਂ ਦੇ ਕੁੜਮ ਨੇ ਰੁਪਇਆ ਕੱਢ ਕੇ ਦੇ ਦਿੱਤਾ। ਜਦੋਂ ਬਾਹਰ ਆਏ ਤੇ ਕਹਿੰਦੇ ਨੇ, ਮਾਸਟਰ ਜੀ ਅੱਜ ਮੈਂ ਤੁਹਾਡੇ ਨਾਲ ਬੜਾ ਨਾਰਾਜ਼ ਹਾਂ। ਤੇ ਉਹ ਕਹਿੰਦੇ ਨੇ, ਕਿਉਂ? ਤੁਸੀਂ ਕਹਿੰਦੇ ਮੇਰੀ ਬੇਇੱਜ਼ਤੀ ਕਰਾ ਦਿੱਤੀ, 1 ਰੁਪਇਆ ਨਹੀਂ ਕੱਢਿਆ। ਤੇ ਉਸ ਵੇਲੇ ਮਾਸਟਰ ਜੀ ਨੇ ਕਿਹਾ, ਇਹ ਪੈਸੇ ਪੰਥ ਦੇ ਨੇ। ਤੇ ਮੈਨੂੰ ਇੰਝ ਲੱਗਦਾ ਸੀ ਕਿ ਮੈਂ ਜਿਨ੍ਹਾਂ ਸੰਸਥਾਵਾਂ ਵਿੱਚ ਕੰਮ ਕੀਤਾ ਉਹ ਗੁਰੂਆਂ ਦੇ ਨਾਂ ਤੇ ਨੇ ਤੇ ਜੇ ਮੈਂ ਇਹਨਾਂ ਸੰਸਥਾਵਾਂ ਵਿੱਚੋਂ ਇਮਾਨਦਾਰੀ ਨਾਲ ਕੰਮ ਨਾ ਕੀਤਾ, ਨਾ ਮੈਂ ਵਿਦਿਆਰਥੀਆਂ ਨੂੰ ਕੋਈ ਸੇਧ ਨਾ ਦੇ ਸਕੀ, ਮੈਂ ਸਿੱਖੀ ਅਨੁਸਾਰ ਸਕੂਲ ਕਾਲਜ ਨਾ ਚਲਾ ਸਕੀ ਤੇ ਸ਼ਾਇਦ ਮੈਂ ਇਮਾਨਦਾਰ ਪ੍ਰਿੰਸੀਪਲ ਸਾਬਤ ਨਹੀਂ ਹੋਵਾਂਗੀ। ਮੈਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਰੀ ਮੈਨੂੰ ਅਜਿਹਾ ਹੁੰਦਾ ਸੀ ਕਿ ਇਹ ਬੱਚਿਆਂ ਨੇ ਕੇਸ ਕੱਟੇ ਹੋਏ ਨੇ, ਇਹਨੂੰ ਰੱਖ ਲਓ, ਤੇ ਮੈਂ ਅੜ ਜਾਂਦੀ ਸੀ ਕਿ ਨਹੀਂ। ਮੈਂ ਕਹਿੰਦੀ ਹੁੰਦੀ ਸੀ ਹਿੰਦੂ ਰੱਖ ਲਓ ਕੋਈ ਗੱਲ ਨਹੀਂ, ਪਰ ਸਿੱਖ ਜਿਹੜਾ ਹੈ ਉਹ ਸਾਬਤ ਸੂਰਤ ਹੀ ਰੱਖੋ। ਇਹ ਮੇਰੀ ਕਮਿਟਮੈਂਟ ਸੀ ਕਿ ਜਦੋਂ ਮੈਂ ਐਜ਼ ਪ੍ਰਿੰਸੀਪਲ ਜੁਆਇਨ ਕੀਤਾ ਪਹਿਲੀ ਵਾਰੀ ਤੇ ਮੈਨੂੰ ਇੱਕ ਬੰਦੇ ਨੇ ਕਿਹਾ ਸੀ ਤੁਸੀਂ ਠੀਕ ਜਗ੍ਹਾ ਤੇ ਆ ਗਏ, ਪਰ ਮੈਨੂੰ ਨਿਰਾਸ਼ਤਾ ਹੋਈ ਜਦੋਂ ਮੈਂ ਆਲੇ ਦੁਆਲੇ ਦੇਖਿਆ ਵੀ ਇੱਥੇ ਤਾਂ ਉਹ ਕੁਝ ਨਹੀਂ, ਕਿਉਂਕਿ ਸਿੱਖੀ ਦੀ ਕਮਿਟਮੈਂਟ ਨਹੀਂ ਆ। ਅਸੀਂ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਆਪਣੇ ਸਕੂਲ ਕਾਲਜ ਚਲਾ ਹੀ ਨਹੀਂ ਰਹੇ ਜੀ, ਤਾਂ ਹੀ ਸਾਨੂੰ ਪ੍ਰੋਬਲਮਸ ਆ ਰਹੀਆਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਧਰਮ ਤੋਂ ਦੂਰ ਜਾਈ ਜਾ ਰਹੇ ਨੇ। ਇਮਾਨਦਾਰੀ ਦੀ ਆਪ ਜੀ ਨੇ ਹੁਣੇ ਗੱਲ ਕੀਤੀ, ਇਹ ਲਫ਼ਜ਼ ਜਿਹੜਾ ਹੈ, ਸ਼ਬਦ ਜਿਹੜਾ ਹੈ, ਇਹ ਆਪਣੇ ਆਪ ਵਿੱਚ ਬਹੁਤ ਡੂੰਘਾਈ ਰੱਖਦਾ ਹੈ। ਇਮਾਨਦਾਰ ਆਪਣੇ ਜੀਵਨ ਪ੍ਰਤੀ ਹੋਣਾ, ਆਪਣੇ ਘਰ ਪ੍ਰਤੀ ਹੋਣਾ, ਆਪਣੇ ਬੱਚਿਆਂ ਪ੍ਰਤੀ ਹੋਣਾ, ਆਪਣੀ ਸੁਸਾਇਟੀ ਪ੍ਰਤੀ ਹੋਣਾ, ਆਪਣੇ ਗੁਰੂ ਪ੍ਰਤੀ ਹੋਣਾ, ਆਪਣੇ ਕਿੱਤੇ ਪ੍ਰਤੀ ਹੋਣਾ। ਅੱਜ ਸਾਡੀ ਸੁਸਾਇਟੀ ਵਿੱਚ ਇਮਾਨਦਾਰੀ ਦੀ ਜਿਹੜਾ ਉਹਦਾ ਗ੍ਰਾਫ ਹੈ ਉਹ ਤੁਹਾਨੂੰ ਕਿੱਥੇ ਲੱਗਦਾ? ਗਿਰ ਗਿਆ, ਉਹ ਨਹੀਂ ਹੈ। ਦੇਖੋ, ਮੈਂ ਆਪਣੀ ਸਾਰੀ ਸਰਵਿਸ ਦੇ ਦੌਰਾਨ 11 ਸਾਲ ਦੀ ਮੇਰੀ ਸਰਵਿਸ ਹੈ ਐਜ਼ ਪ੍ਰਿੰਸੀਪਲ ਜੀ, ਮੈਂ 10 ਛੁੱਟੀਆਂ ਵੀ ਨਹੀਂ ਲਈਆਂ ਹੋਣਗੀਆਂ ਔਰ ਮੈਂ ਆਪਣੀ ਸੀਟ ਤੇ ਜਾ ਕੇ ਪੂਰੇ ਵਕਤ ਤੇ ਬੈਠੀ ਤੇ 4 ਵੀ ਵੱਜ ਗਏ, ਕਾਲਜ ਬੰਦ ਹੋ ਗਿਆ ਤੇ ਮੈਨੂੰ 6 ਵਜੇ ਤੱਕ ਵੀ ਕੰਮ ਕਰਨਾ ਪਿਆ ਤੇ ਮੈਂ ਬੈਠ ਕੇ ਕੰਮ ਕੀਤਾ ਜੀ। ਇਹਦੇ ਪਿੱਛੇ ਵੀ ਮੇਰੇ ਪਿਤਾ ਜੀ ਦਾ ਹੱਥ ਸੀ ਜੀ। ਇੱਕ ਸਾਡੇ ਪ੍ਰਿੰਸੀਪਲ ਸਰਦਾਰ ਜਗਮੋਹਨ ਸਿੰਘ ਜੋ ਇਸ ਦੁਨੀਆ ਵਿੱਚ ਨਹੀਂ, ਮੈਂ ਇਹ ਇਮਾਨਦਾਰੀ ਉਹਨਾਂ ਤੋਂ ਵੀ ਸਿੱਖੀ। ਉਹ ਵੀ ਮੇਰੇ ਲਈ ਰੋਲ ਮਾਡਲ ਸਨ। ਅੱਜ ਉਹ ਹੈ ਨਹੀਂ, ਪਰ ਉਹ ਕਮਾਲ ਦੇ ਪ੍ਰਿੰਸੀਪਲ ਸਨ। ਉਹੋ ਜਿਹੇ ਪ੍ਰਿੰਸੀਪਲ ਬਹੁਤ ਘੱਟ ਮਿਲਦੇ ਨੇ ਜੀ। ਤੇ ਤੁਹਾਨੂੰ ਇਹ ਲੱਗਦਾ ਹੈ ਕਿ ਸੁਸਾਇਟੀ ਵਿੱਚ ਜਾਂ ਸਾਡੀ ਸੋਚ ਵਿੱਚ ਜਾਂ ਅੱਜ ਦੀ ਜਨਰੇਸ਼ਨ ਵਿੱਚ, ਜਾਂ ਜਿਵੇਂ ਤੁਸੀਂ ਹੁਣੇ ਕਿਹਾ ਕਿ ਮਿਆਰ ਬਹੁਤ ਗਿਰ ਗਿਆ, ਕੀ ਉਹਦਾ ਰੀਜ਼ਨ ਹੈ ਕਿ ਜਿਹੜੇ ਸਿਖਾਉਣ ਵਾਲੇ ਨੇ ਉਹ ਦੇਖੋ ਦੋਨੇ ਪਾਸੇ ਹੀ ਹੈ। ਅੱਜ ਸਿਆਸਤ ਨੇ ਵੀ ਸਾਡੇ ਸਕੂਲਾਂ ਵਿਦਿਅਕ ਅਦਾਰਿਆਂ ਨੂੰ ਦਾ ਮਾਹੌਲ ਖਰਾਬ ਕਰ ਦਿੱਤਾ। ਜਦੋਂ ਸਿਆਸਤ ਆ ਜਾਂਦੀ ਹੈ ਨਾ, ਉਦੋਂ ਟੀਚਰ ਵੀ ਜਿਹੜੇ ਨੇ ਓਬਵੀਅਸਲੀ ਹੋ ਜਾਂਦੇ ਨੇ। ਕਈ ਵਾਰ ਅਸੀਂ ਬਹੁਤ ਅੱਛੇ ਟੀਚਰਸ ਹੁੰਦੇ ਨੇ, ਅਸੀਂ ਉਹਨਾਂ ਨੂੰ ਰੱਖ ਨਹੀਂ ਪਾਉਂਦੇ, ਅਸੀਂ ਉਹ ਦੂਜੇ ਟੀਚਰ ਰੱਖ ਲੈਂਦੇ ਹਾਂ। ਉਦੋਂ ਵੀ ਸਾਰਾ ਕੁਝ ਇਮਾਨਦਾਰੀ ਹੈ ਖਤਮ ਹੋ ਜਾਂਦੀ। ਕਦੀ ਐਸਾ ਸਮਾਂ ਆਇਆ ਜਿੱਥੇ ਤੁਹਾਨੂੰ ਕੰਪਰੋਮਾਈਜ਼ ਕਰਨਾ ਪਿਆ ਹੋਵੇ, ਤੁਹਾਨੂੰ ਪਤਾ ਹੋਵੇ ਵੀ ਇਹ ਚੀਜ਼ ਗਲਤ ਆ, ਪਰ ਫਿਰ ਵੀ ਤੁਹਾਨੂੰ ਅੰਡਰ ਪ੍ਰੈਸ਼ਰ ਕਰਨੀ ਪਈ ਹੋਵੇ? ਦੇਖੋ, ਮੈਂ ਜਿੱਥੇ ਤੁਸੀਂ ਕਿਸੇ ਹੱਦ ਤੱਕ ਕੰਪਰੋਮਾਈਜ਼ ਕਰ ਸਕਦੇ ਹੋ ਨਾ ਜੀ, ਉੱਥੇ ਕਰ ਲੈਂਦੀ ਸੀ ਮੈਂ, ਬਾਕੀ ਮੈਂ ਨਹੀਂ ਕਰਦੀ ਸੀ ਜੀ। ਕਿਉਂਕਿ ਹੁਣ ਜਦੋਂ ਸਾਡੀ ਰਹਿਤ ਮਰਜ਼ਾਦਾ ਕਹਿੰਦੀ ਹੈ ਕਿ ਸਿੱਖ ਜਿਹੜਾ ਉਹ ਪਤਿਤ ਨਹੀਂ ਹੋਣਾ ਚਾਹੀਦਾ, ਕੇਸ ਕੱਟੇ ਨਹੀਂ ਹੋਣੇ। ਦੇਖੋ, ਇੱਕ ਕੇਸ ਕੱਟੇ ਟੀਚਰ ਨੇ ਅੱਗੋਂ ਹੀ ਬੱਚੇ ਪੈਦਾ ਕਰਨੇ ਨੇ, ਤੇ ਉੱਥੇ ਮੈਂ ਨਹੀਂ ਸੀ ਕਰਦੀ, ਚਾਹੇ ਮੈਂ ਮਾਰ ਖਾਦੀ। ਮਤਲਬ ਮੈਂ ਅੜੀ ਰਹੀ ਇਸ ਗੱਲ ਤੇ ਕਿ ਨਹੀਂ, ਜੇ ਮੈਨੂੰ ਸਾਬਤ ਸੂਰਤ ਟੀਚਰ ਮਿਲੇਗਾ ਤੇ ਮੈਂ ਉਹਨੂੰ ਨਹੀਂ ਰੱਖਾਂਗੀ। ਜਾਤ ਪਾਤ ਦੇ ਆਧਾਰ ਤੇ ਟੀਚਰ ਨਹੀਂ ਰੱਖਾਂਗੇ ਅਸੀਂ। ਇੱਕ ਤੁਸੀਂ ਗੱਲ ਕੀਤੀ ਕਿ ਤੁਹਾਡੇ ਰੋਲ ਮਾਡਲ ਤੁਹਾਡੇ ਆਪਣੇ ਫਾਦਰ ਸਾਹਿਬ ਰਹੇ ਨੇ, ਉਹਨਾਂ ਤੋਂ ਤੁਸੀਂ ਕੀ ਗ੍ਰਹਿਣ ਕੀਤਾ? ਮੈਂ ਆਪਣੇ ਫਾਦਰ ਤੋਂ
ਉਹ ਬੜੇ ਇਮਾਨਦਾਰ ਸਨ, ਬੜੇ ਸੱਚੇ ਸੁੱਚੇ ਸਨ। ਜੀ ਮੈਂ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੀ ਇੱਕ ਜੇ ਘਟਨਾ ਸੁਣਾ ਦਾਂ। ਸ਼ੋਰ ਉਹ ਇਹ ਸੀ ਜੀ। ਕਿ ਉਹਨਾਂ ਨੇ ਸਾਰੀ ਜ਼ਿੰਦਗੀ ਜੀ ਗੁਰਦੁਆਰਾ ਕਲਗੀਧਰ ਵਿੱਚ ਬੈਠ ਕੇ ਸੇਵਾ ਕੀਤੀ। ਉਹ ਪਾਕਿਸਤਾਨ ਤੋਂ ਆਏ, ਇੱਕ ਛੋਟਾ ਜਿਹਾ ਦੌਰਾ ਲਾ ਕੇ ਕੰਮ ਕਰਦੇ ਸਨ, ਪੱਗਾਂ ਰੰਗਦੇ ਸਨ। ਜਦੋਂ ਕੋਈ ਗੁਰਪੁਰਬ ਹੁੰਦਾ ਸੀ ਉਦੋਂ ਕਹਿੰਦੇ ਮੈਂ ਫ੍ਰੀ ਪੱਗਾਂ ਵੀ ਰੰਗਦਾ ਹੁੰਦਾ ਸਾਂ, ਪੈਸੇ ਨਹੀਂ ਸਾਂ ਲੈਂਦਾ ਲੋਕਾਂ ਤੋਂ। ਗੁਰਦੁਆਰਾ ਕਲਗੀਧਰ ਵਿੱਚ ਬੈਠ ਕੇ ਉਹਨਾਂ ਨੇ ਜੋੜੇਖਾਨੇ ਵੀ ਸੇਵਾ ਕੀਤੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਥੋੜ੍ਹੀ ਦੇਰ ਬਾਅਦ ਇੱਕ ਕਲਗੀਧਰ ਫ੍ਰੀ ਡਿਸਪੈਂਸਰੀ ਖੋਲ੍ਹੀ, ਜਿਹਦੇ ਵਿੱਚ ਉਹ ਲੋਕਾਂ ਦੀ ਮਲਮ ਪੱਟੀ ਕਰਿਆ ਕਰਦੇ ਸਨ, ਬਜ਼ੁਰਗਾਂ ਦੇ ਨੇਲਜ਼ ਉਤਾਰਦੇ ਸਨ ਵਾਹਿਗੁਰੂ ਤੇ ਟੁੱਟੇ ਹੋਏ ਬਟਨ ਜਿਨ੍ਹਾਂ ਦੇ ਹੁੰਦੇ ਸੀ ਉਹਨਾਂ ਦੇ ਬਟਨ ਵੀ ਲਗਾਇਆ ਕਰਦੇ ਸਨ। ਜੀ ਤੇ ਕਈ ਵਾਰ ਅਸੀਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਇਹ ਸਾਰੀ ਡਾਕਟਰੀ ਸਿੱਖੀ ਹੈ, ਤੇ ਉਹਨਾਂ ਨੇ ਸਾਨੂੰ ਕਹਿਣਾ ਵੀ ਇਹ ਮੇਰੇ ਮਾਮਾ ਜੀ ਆਰਐਮਪੀ ਡਾਕਟਰ ਹੁੰਦੇ ਸੀ ਪਾਕਿਸਤਾਨ, ਮੈਂ ਉਹਨਾਂ ਤੋਂ ਸਭ ਕੁਝ ਸਿੱਖ ਕੇ ਆਇਆ। ਜੀ ਉਹਦੇ ਪਿੱਛੇ ਵੀ ਉਹਨਾਂ ਦੀ ਮਾਂ ਦਾ ਹੱਥ ਸੀ, ਜਿਹੜੇ ਅੱਖਾਂ ਵਿੱਚ ਦਾਰੂ ਪਾਉਂਦੇ ਸਨ। ਰਾਤ ਨੂੰ ਜਦੋਂ ਬੱਚਿਆਂ ਦੀਆਂ ਅੱਖਾਂ ਆ ਜਾਣੀਆਂ ਤੇ ਉਹਨਾਂ ਨੇ ਦਾਰੂ ਪਾਣਾ, ਇਹ ਪ੍ਰੇਰਨਾ ਉਹਨਾਂ ਨੇ ਆਪਣੀ ਮਾਂ ਤੋਂ ਲਈ ਸੀ। ਆਪ ਜੀ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਆਪ ਜੀ ਦੇ ਮਾਤਾ ਪਿਤਾ ਜਾਂ ਪਰਿਵਾਰ ਜਾਂ ਇਤਨਾ ਕੁਝ ਸਿੱਖਣ ਨੂੰ ਮਿਲਿਆ। ਅੱਜ ਕਈ ਵਾਰੀ ਸਾਡਾ ਮਾਹੌਲ ਘਰ ਦਾ ਹੋਵੇ ਜਾਂ ਬਾਹਰਲਾ ਹੋਵੇ, ਅੱਜ ਦੀ ਬੀਬੀ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ਡ ਆ। ਤਾਂ ਜੇ ਆਪਣੇ ਸੁਪਨੇ ਨੂੰ ਉਹ ਸਾਕਾਰ ਨਹੀਂ ਕਰ ਸਕਦੀ ਤੇ ਉਹ ਆਪਣੇ ਬੱਚਿਆਂ ਵਿੱਚ ਉਸ ਨੂੰ ਦੇਖਦੀ ਹੈ ਕਿ ਇਹ ਕਰਨਗੇ। ਕੀ ਇਹ ਜ਼ਰੂਰੀ ਹੈ ਕਿ ਕੁਝ ਬਣਨ ਲਈ ਘਰ ਦਾ ਮਾਹੌਲ, ਵਾਤਾਵਰਣ ਜਾਂ ਸਾਨੂੰ ਕਿਸੇ ਦੇ ਸਾਥ ਦੀ ਲੋੜ ਹੈ, ਜਾਂ ਅਸੀਂ ਆਪਣੇ ਆਪ ਨੋ ਮੈਟਰ ਵਾਟ ਕਿ ਸਾਡੇ ਆਲੇ ਦੁਆਲਾ ਕੀ ਹੈ, ਸਾਡੇ ਪਰਿਵਾਰ ਦਾ ਮਾਹੌਲ ਕੀ ਹੈ, ਕੀ ਅਸੀਂ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਾਂ? ਦੇਖੋ, ਕਈ ਵਾਰੀ ਘਰ ਦੇ ਮਾਹੌਲ ਨਹੀਂ ਵੀ ਹੁੰਦੇ ਜੀ ਤਾਂ ਮੈਨੂੰ ਲੱਗਦਾ ਕਿ ਬੰਦੇ ਨੂੰ ਅਪ ਡਟਣਾ ਚਾਹੀਦਾ। ਬਿਲਕੁਲ। ਹੁਣ ਮੇਰੇ ਘਰ ਦੇ ਵਿੱਚ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਪੈਂਦੀ ਮੈਨੂੰ ਇਹ ਕਹਿ ਦੇ ਕਿ ਮੌਲੀ ਬਣ ਲੈ, ਧਾਗਾ ਬਣ ਲੈ, ਜੀ ਜਾਂ ਤੇਰੇ ਭਰਾ ਦਾ ਵਿਆਹ ਹੈ ਤੂੰ ਇਹ ਕਰ ਲੈ, ਤੂੰ ਇਹ ਕਰ ਲੈ। ਕਿਸੇ ਦੀ ਹਿੰਮਤ ਨਹੀਂ ਪੈਂਦੀ ਜੀ ਜੀ ਕਿ ਮੈਂ ਦ੍ਰਿੜਾ। ਮੈਨੂੰ ਯਾਦ ਹੈ ਮੇਰੇ ਇੱਕ ਵਾਰੀ ਭੂਆ ਜੀ ਦੇ ਲੜਕੇ ਦਾ ਵਿਆਹ ਸੀ ਤੇ ਮੈਨੂੰ ਕਿਹਾ ਗਿਆ, ਮੇਰੇ ਫਾਦਰ ਲੈ ਗਏ, ਕਹਿੰਦੇ ਨੱਚਣਗੇ, ਤੂੰ ਨੱਚਣਾ ਨਹੀਂ। ਮੈਂ ਕਿਹਾ ਦਾਦੀ ਤੁਸੀਂ ਸੋਚ ਕਿਵੇਂ ਲਿਆ? ਮਤਲਬ ਇਹ ਮੇਰਾ ਆਪਣਾ ਦ੍ਰਿੜ ਵਿਸ਼ਵਾਸ ਸੀ। ਅੱਜ ਮੈਂ ਜੋ ਤੁਹਾਡੇ ਸਾਹਮਣੇ ਬੈਠੀ ਹਾਂ, ਮੈਂ ਬਤੌਰ ਪ੍ਰਿੰਸੀਪਲ ਐਨਜੀ ਆਪਣੇ ਕਾਲਜ ਵਿੱਚ ਗਈ ਹਾਂ ਜੀ। ਮੈਨੂੰ ਕਦੀ ਇਸ ਤਰ੍ਹਾਂ ਦਾ ਅਹਿਸਾਸ ਨਹੀਂ ਹੋਇਆ ਜੀ ਕਿ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਮੈਂ ਉਹਦੇ ਅੰਦਰ ਗਰੀਬੀ ਹੰਡਾਈ, ਕਿਉਂਕਿ ਮੇਰੇ ਰੋਲ ਮਾਡਲ ਮਾਸਟਰ ਤਾਰਾ ਸਿੰਘ ਜੀ ਸਨ, ਮੇਰੇ ਰੋਲ ਮਾਡਲ ਮੇਰੇ ਪਿਤਾ ਜੀ ਸਨ, ਮੇਰੇ ਰੋਲ ਮਾਡਲ ਪ੍ਰਿੰਸੀਪਲ ਜਗਮੋਹਨ ਸਿੰਘ ਜੀ ਸਨ, ਇੱਕ ਮੇਰੇ ਹੋਰ ਟੀਚਰ ਸਨ ਪ੍ਰੋਫੈਸਰ ਚੀਮਾ ਜੀ। ਉਹ ਤੁਰਦੀ ਫਿਰਦੀ ਐਨਸਾਈਕਲੋਪੀਡੀਆ। ਮੈਂ ਕਦੀ ਆਪਣੀ ਕਲਾਸ ਦੇ ਵਿੱਚ ਜਾ ਕੇ ਕਦੀ ਕਿਤਾਬ ਲੈ ਕੇ ਨਹੀਂ ਸੀ ਪੜ੍ਹਾਇਆ ਜੀ। ਮੈਂ ਜ਼ਬਾਨੀ ਪੜ੍ਹਾਉਂਦੀ ਸੀ ਔਰ ਤੁਰ ਫਿਰ ਕੇ ਪੜ੍ਹਾਉਂਦੀ ਸੀ। ਤੇ ਮੁੰਡਿਆਂ ਨੂੰ ਮੈਂ ਉਹਨਾਂ ਮੁੰਡਿਆਂ ਦੇ ਕਾਲਜਾਂ ਵਿੱਚ ਪੜ੍ਹਾਇਆ ਜਿਹੜੇ ਪੰਜਾਬ ਦੇ ਬੜੇ ਬਦਨਾਮ ਕਾਲਜ ਸਨ, ਪਰ ਮੈਂ ਉਹਨਾਂ ਤੋਂ ਡਰੀ ਨਹੀਂ। ਕਈ ਵਾਰੀ ਅਜਿਹਾ ਹੁੰਦਾ ਸੀ, ਉਹ ਕਹਿੰਦੇ ਸੀ ਵੀ ਹਿੰਦੂ ਟੀਚਰਾਂ ਨੇ ਕਹਿਣਾ ਵੀ ਇਹ ਬੜੀ ਸਿੱਖੀ 'ਚ ਪੱਕੀ ਹੈ, ਇਹਦੇ ਕੋਲ ਚਲੇ ਜਾਓ, ਸਿੱਖ ਬੱਚਿਆਂ ਨੂੰ ਚੁੱਕ ਦੇਣਾ ਵੀ ਇਹ ਨਕਲ ਕਰਾ ਦੇਗੀ। ਪਰ ਉਹ ਵਿਚਾਰੇ ਨਿਰਾਸ਼ ਵਾਪਸ ਜਾਂਦੇ ਸਨ, ਕਿਉਂਕਿ ਮੈਨੂੰ ਲੱਗਦਾ ਸੀ ਮੇਰੇ ਲਈ ਸਿੱਖ ਹੋਵੇ, ਮੇਰੇ ਲਈ ਹਿੰਦੂ ਹੋਵੇ, ਮੈਂ ਨਕਲ ਨਹੀਂ ਮਾਰਨ ਦੇਣੀ ਤੇ ਮੈਂ ਨਹੀਂ ਕਰਨ ਦਿੱਤੀ ਉਹਨਾਂ ਨੂੰ। ਮੇਰਾ ਇਹ ਬੰਦੇ ਦੇ ਅੰਦਰ ਆਪਣੀ ਵੀ ਪਰਪੱਕਤਾ ਹੁੰਦੀ ਹੈ। ਪਰਪੱਕਤਾ, ਆਪਣੇ ਆਪ ਨੂੰ ਪਛਾਣਨਾ, ਉਸ ਦੇ ਨਾਲ ਨਾਲ ਦ੍ਰਿੜ ਨਿਸ਼ਚਾ, ਦ੍ਰਿੜ ਵਿਸ਼ਵਾਸ ਕਿ ਮੈਂ ਇਹ ਕਾਰਜ ਕਰ ਸਕਦੀ ਹਾਂ। ਤੇ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਇੱਕ ਜਿਹੜਾ ਪ੍ਰੋਮਿਸ ਹੁੰਦਾ ਹੈ ਕਿ ਮੈਂ ਆਪਣੇ ਸੁਪਨੇ ਨੂੰ, ਜੋ ਮੇਰੇ ਜ਼ਿਹਨ ਵਿੱਚ ਹੈ, ਜੋ ਮੇਰੀ ਕਾਬਲੀਅਤ ਹੈ, ਮੈਂ ਉਸ ਨੂੰ ਪਸਤ ਜਾਂ ਉਸ ਨੂੰ ਮਾਰਨਾ ਨਹੀਂ ਹੈ, ਉਸ ਨੂੰ ਉਭਾਰਨਾ ਹੈ। ਉਸ ਲਈ ਇਮਾਨਦਾਰੀ ਤੇ ਦ੍ਰਿੜ ਨਿਸ਼ਚਾ ਹੋਣਾ ਬਹੁਤ ਜ਼ਰੂਰੀ ਹੈ। ਇਹਨਾਂ ਹੀ ਦੋ ਚੀਜ਼ਾਂ ਨਾਲ ਬੀਬੀ ਮਨਜਿੰਦਰ ਕੌਰ ਜੀ ਅੱਜ ਇਸ ਮੁਕਾਮ ਤੇ ਨੇ। ਇਹਨਾਂ ਦੀ ਬੋਲਣੀ ਵਿੱਚ ਜੋ ਇੱਕ ਸਟਰੈਂਥ ਹੈ, ਇੱਕ ਪਾਵਰ ਹੈ, ਉਹ ਇਸ ਲਈ ਕਿਉਂਕਿ ਇਹਨਾਂ ਨੇ ਸਭ ਕੁਝ ਆਪ ਆਪਣੇ ਉੱਤੇ ਹੰਢਾਇਆ ਹੈ। ਇਹੋ ਜਿਹਾ ਜੀਵਨ ਇੱਕ ਸਿੱਖ ਬੀਬੀ ਦਾ, ਇੱਕ ਸਿੰਘਣੀ ਦਾ ਹੋਣਾ ਚਾਹੀਦਾ ਹੈ। ਸਾਡੀ ਸੋਚ, ਦ੍ਰਿੜ ਨਿਸ਼ਚਾ ਇਹ ਔਰ ਆਤਮ ਵਿਸ਼ਵਾਸ ਹੋਣਾ ਸਾਡੇ 'ਚ ਬਹੁਤ ਜ਼ਰੂਰੀ ਹੈ। ਤਾਂ ਹੀ ਇੱਕ ਅੱਛੀ ਸਿੰਘਣੀ ਕਹਿਲਾ ਸਕਦੇ ਹਾਂ। ਜਿਹੜੀ ਡਰ ਜਾਵੇ, ਜਿਹੜੀ ਪਸਤ ਹੋ ਜਾਵੇ, ਜਿਸ ਦੇ ਵਿੱਚ ਢਹਿੰਦੀ ਕਲਾ ਹੋਵੇ, ਉਹ ਸਿੰਘਣੀ ਦਾ ਕਿਰਦਾਰ ਹੋ ਹੀ ਨਹੀਂ ਸਕਦਾ। ਸਮਾਂ ਆਪਣੀ ਚਾਲੇ ਤੁਰ ਰਿਹਾ ਹੈ ਤੇ ਆਪ ਜੀ ਤੋਂ ਇਜਾਜ਼ਤਾਂ ਵੀ ਲੈਣੀਆਂ ਨੇ। ਜਾਣ ਤੋਂ ਪਹਿਲਾਂ, ਕਿਉਂਕਿ ਅੱਜ ਬਹੁਤ ਪਿਆਰੀਆਂ ਗੱਲਾਂ ਚੱਲ ਰਹੀਆਂ ਨੇ, ਬਹੁਤ ਕੁਝ ਸਿੱਖਣ ਸੁਣਨ ਨੂੰ ਮਿਲ ਰਿਹਾ ਹੈ, ਮੈਂ ਚਾਹਾਂਗੀ ਕਿ ਤੁਸੀਂ ਸਿੱਖ ਬੀਬੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅੱਜ ਸਾਡੇ ਸਿੱਖ ਬੱਚਿਆਂ ਦੇ ਸਿਰਾਂ ਤੋਂ ਪੱਗਾਂ ਅਲੋਪ ਹੋ ਰਹੀਆਂ ਨੇ। ਬੜੀ ਦੁੱਖ ਦੀ ਗੱਲ ਹੈ ਕਿ ਜਿਹੜੀ ਸਰਦਾਰੀ ਸਾਨੂੰ ਮਿਲੀ, ਅਸੀਂ ਅੱਜ ਰੋਲ ਰਹੇ ਹਾਂ। ਅੱਜ ਕਰਤਾਰ ਸਿੰਘ ਬਲੱਗਣ ਵੀ ਨਹੀਂ ਜਿਸਨੇ ਕਦੇ ਵੰਗਾਰ ਕੇ ਕਿਹਾ ਸੀ, ਤਾਜ ਮਹਿਲਾਂ ਨੂੰ ਟੁੰਮਣੇ ਲੱਖ ਲਾਈਏ, ਤਾਜ ਮਹਿਲਾਂ ਨੂੰ ਟੁੰਮਣੇ ਲੱਖ ਲਾਈਏ, ਝਲਕ ਇਹਨਾਂ ਦੀ ਫੇਰ ਵੀ ਸਖਣੀ ਏ। ਹੋਏ ਟੱਟੀ ਕੰਧ ਸਰਹੰਦ ਦੀ
हशर तीकर उच्ची पग पर कौम दी रखनी है, उच्ची पग पर कौम दी रखनी है। देखो मैं अपनियां भैणां नूं एक सुनेहा देना चाहांगी कि अज ना सारे पासियों आवाज़ आ रही है पंथ कमज़ोर है, पंथ कमज़ोर है। मैनूं लगदा है पंथ कमज़ोर नहीं, अज पंथ दी धी कमज़ोर हो गई। तो मेरियां भैणां नूं उस पंथ ਦੀਆਂ ਉਹਨਾਂ ਬੀਬੀਆਂ ਵੱਲ ਨਜ਼ਰ ਮਾਰਨੀ ਚਾਹੀਦੀ ਹੈ ਜਿਨ੍ਹਾਂ ਨੇ ਗੁਰੂ ਕਾਲ ਦੇ ਵਿੱਚ ਆਪਣੇ ਗੁਰੂਆਂ ਦੇ ਨਾਲ ਹੀ ਉਹ ਬਕਾਇਦਾ ਕਾਰਜਸ਼ੀਲ ਰਹੀਆਂ ਨੇ। ਤੇ ਅੱਜ ਵੀ ਦੀ ਧੀ ਵੀ ਜਿਹੜੀ ਹੈ ਨਾ ਸਿੱਖ ਧੀ, ਉਹ ਇੱਦਾਂ ਲੱਗਦਾ ਜਿਵੇਂ ਇਸ ਭਰੇ ਹੋਏ ਮੇਲੇ ਵਿੱਚ ਨਾ ਗਵਾਚ ਗਈ ਹੈ, ਦੁਨੀਆ ਦੀ ਭੀੜ ਵਿੱਚ ਗਵਾਚ ਗਈ ਹੈ। ਤੇ ਉਹਨੂੰ ਇਸ ਭੀੜ ਵਿੱਚੋਂ ਨਿਕਲ ਕੇ ਤੇ ਆਪਣੇ ਉਸ ਪੁਰਾਤਨ ਵਿਰਸੇ ਨਾਲ ਜੁੜਨਾ ਚਾਹੀਦਾ ਹੈ, ਜਿਵੇਂ ਮਾਤਾ ਸੁੰਦਰੀ ਨੇ ਅਗਵਾਈ ਕੀਤੀ ਸੀ, ਜਿਵੇਂ ਮਾਈ ਭਾਗ ਕੌਰ ਨੇ ਅਗਵਾਈ ਕੀਤੀ ਸੀ। ਅੱਜ ਨਸ਼ੇ, ਭਰੂਣ ਹੱਤਿਆ, ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਨਾ ਇੱਕ ਮਾਂ ਬੜਾ ਵੱਡਾ ਰੋਲ ਅਦਾ ਕਰ ਸਕਦੀ ਹੈ। ਸੋ ਸਾਨੂੰ ਮਾਤਾ ਸੁੰਦਰੀ ਵਾਂਗੂ, ਮਾਤਾ ਭਾਗ ਕੌਰ ਵਾਂਗੂ, ਬੀਬੀ ਸ਼ਰਨ ਕੌਰ ਵਾਂਗੂ ਉਹ ਬਹਾਦਰ ਸਿੰਘਣੀਆਂ ਬਣ ਕੇ ਫਿਰ ਉਹ ਕੰਮ ਕਰਨਾ ਚਾਹੀਦਾ ਹੈ। ਲੈਕਚਰ ਦੇ ਦੇਣਾ ਤੇ ਬੜਾ ਸੌਖਾ ਹੈ, ਪਰ ਫੀਲਡ ਵਿੱਚ ਜਾ ਕੇ ਕੰਮ ਕਰਨਾ, ਲੋਕਾਂ ਨੂੰ ਕਹਿਣਾ ਕਿ ਭਾਈ ਤੁਹਾਡਾ ਰਾਹ ਕੀ ਸੀ ਤੇ ਤੁਸੀਂ ਕੀ ਰਾਹ ਚੁਣ ਲਿਆ, ਸਾਨੂੰ ਇਹਨਾਂ ਪਾਸਿਆਂ ਵੱਲ ਖਿਆਲ ਦੇਣਾ ਚਾਹੀਦਾ ਹੈ। ਔਰ ਸਿੱਖ ਬੀਬੀ ਨੂੰ ਖਾਸ ਕਰਕੇ ਮੇਰੀ ਇਹ ਪ੍ਰੇਰਨਾ ਹੈ ਕਿ ਜਿਸ ਧਰਤੀ ਦੀ ਨਾਰ ਸਤਿਪੁਰਖੀ ਹੋਏਗੀ, ਉਸ ਧਰਤੀ ਦੀ ਕੌਮ ਵੀ ਅਕਾਲ ਪੁਰਖੀ ਹੋਏਗੀ। ਤੇ ਸਾਨੂੰ ਆਪਣੀਆਂ ਅਕਾਲ ਪੁਰਖੀ ਮਾਵਾਂ ਤੇ ਮਾਣ ਵੀ ਹੈ। ਆਓ ਅਸੀਂ ਵੀ ਸਤਿਪੁਰਖੀ ਨਾਰਾ ਬਣੀਏ। ਅਸੀਂ ਜਿਸ ਵੀ ਫੀਲਡ ਵਿੱਚ ਹਾਂ, ਸਾਨੂੰ ਸਤਿਪੁਰਖੀ ਨਾਰਾ ਬਣ ਕੇ ਕੰਮ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।